ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਚੀ ਦੇਹ ਮੋਹ ਫੁਨ ਬਾਂਦੀ, 60 ਕਠੋਰ ਕੁਚੀਲ ਕੋ ਗਿਆਨੀ। ਤਾਵਤ ਭ੍ਰਮਤ ਰਹਿਨ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਜੋ ਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬਡੋ ਅਭਿਮਾਨੀ। ਪਰ ਤਨ ਪਰ ਅਪਵਾਰ ਨਾਦ ਨਿੰਦਾ, ਜਹ ਮੀਠੀ ਜੀ ਮਾਹੇ ਧਾਨੀ। ਬਲਬੰਚ ਛਪ ਕਰਤ ਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ। ਸੀਲ ਧਰਮ ਦਇਆ ਸੁਚਨਾਸਿਤ, ਆਇਓ ਸਰਣ ਜੀ ਕੇ ਦਾਨੀ। ਕਰਨ ਕਾਰਣ ਸਮਰੱਥ ਸਿਰੀ ਧਰ, ਰਾਖ ਲਿਹੋ ਨਾਨਕ ਕੇ ਸੁਆਮੀ। ਕਰਨ ਕਾਰਨ ਸਮਰੱਥ ਸਿਰੀ ਧਰ, ਰਾਖ ਲਿਹੋ ਨਾਨਕ ਕੇ ਸੁਆਮੀ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਅਗਨ ਮਰੈ ਜਲ ਲੋੜ ਲਹੋ, ਵਿਣ ਗੁਰ ਨਿਦ ਜਲ ਨਾਹਿ। ਜਨਮ ਮਰੈ ਪਰਮਾਈਐ, ਜੇ ਲਖ ਕਰਮ ਕਮਾਹੇ। ਜਮ ਜਾਗਾਤ ਨ ਲਗਈ, ਜੇ ਚੱਲੈ ਸਤਿਗੁਰ ਪਹਾਏ। ਨਾਨਕ ਨਿਰਮਲ ਅਮਰ ਪਦ, ਗੁਰ ਹਰਿ ਮੇਲੈ ਮੇਲਾਏ। ਨਾਨਕ ਨਿਰਮਲ ਅਮਰ ਪਦ, ਗੁਰ ਹਰਿ ਮੇਲੈ ਮੇਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਗੁਣ ਨਿਧ ਦੀਨਾਨਾਥ। ਦੀਨ ਪ੍ਰਤਪਾਲਕ ਦੀਨ ਦਰਦ ਨਿਵਾਰਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਭਰੀ ਨਜ਼ਰ ਕਰਕੇ ਸਾਨੂੰ ਸਭ ਨੂੰ
ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤ ਸੰਗਤ ਰੂਪ ਟਕਸਾਲ ਵਿੱਚ ਜੁੜ ਬੈਠ ਕੇ ਗੁਰ ਸ਼ਬਦ ਦੇ ਅਭਿਆਸ ਦੇ ਨਾਲ ਆਪਣੇ ਜੀਵਨ ਦੀ ਗੁਰਮੁਖਾਂ ਵਾਲੀ ਘਾੜਤ ਘੜਨ ਦਾ ਨਿਰਮਲ ਸ਼੍ਰੇਸ਼ਟ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਨਿਰੰਤਰ ਲੜੀਵਾਰ ਕਥਾ ਸ਼ਰਵਣ ਕਰਕੇ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਗੁਰੂ ਰਹਿਮਤ ਨੂੰ ਮਾਣਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਨ ਮਰੈ ਜਲ ਲੋੜ ਲਹੋ, ਵਿਣ ਗੁਰ ਜਲ ਨਿਧ ਨਾਹੀ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ ਦੇ ਅੰਤਰਗਤ ਬਖਸ਼ਿਸ਼ ਕਰਦਿਆਂ ਨਿਵਾਜਿਸ਼ ਕੀਤੀ ਸੀ ਸਤਿਗੁਰੂ ਸਾਹਿਬ ਜੀ ਨੇ ਕਿ ਜਿਨ੍ਹਾਂ ਦੇ ਜੀਵਨ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਸ਼ਬਦ ਪ੍ਰਵੇਸ਼ ਕਰ ਜਾਵੇ ਅਤੇ ਜਿਨ੍ਹਾਂ ਦੀ ਸੁਰਤ ਸਦੀਵੀ ਤੌਰ 'ਤੇ ਸ਼ਬਦ ਨਾਲ ਜੁੜ ਜਾਵੇ, ਫਿਰ ਉਹ ਆਪਣੇ ਜੀਵਨ ਦੇ ਵਿੱਚ ਬਾਗ ਦਾ ਭਾਵ ਵਿਕਾਰਾਂ ਦੇ ਬਘਿਆੜ ਦਾ ਅਤੇ ਮੌਤ ਰੂਪ ਬਘਿਆੜ ਦਾ ਜਿਤਨਾ ਭੈ ਹੈ ਉਸ ਨੂੰ ਖਤਮ ਕਰ ਦਿੰਦੇ ਹਨ ਅਤੇ ਸੰਸਾਰ ਦੀ ਮਾਇਆ ਵੱਲ ਪ੍ਰਵਿਰਤ ਨਹੀਂ ਹੁੰਦੇ ਅਤੇ ਸਤਿਗੁਰੂ ਸਰੋਵਰ ਦੇ ਵਿੱਚ ਗਿਆਨ ਰੂਪ ਇਸ਼ਨਾਨ ਕਰਕੇ ਉਹਨਾਂ ਦੀ ਜੀਵਨ ਮੁਕਤ ਹੋ ਜਾਂਦੀ। ਇੱਕ ਨੁਕਤਾ ਅਰਜ਼ ਕਰਦਿਆਂ ਸਾਨੂੰ ਆਮ ਕਰਕੇ ਸਾਡੇ ਕੁਝ ਸੁਭਾਅ ਅਕਹਿਰੇ ਬਣਦੇ ਜਾਂਦੇ ਹਨ ਜਾਂ ਬਣੇ ਹੋਏ ਹਨ। ਅਕਹਿਰੇ ਦਾ ਭਾਵ ਹੈ ਸਾਨੂੰ ਇੱਕ ਅੱਧੇ ਪੱਧਰ 'ਤੇ ਹੀ ਪਤਾ ਹੁੰਦਾ ਹੈ। ਜਿਵੇਂ ਸ਼ਲੋਕਾਂ ਦੇ ਸੰਬੰਧ ਵਿੱਚ ਅਕਸਰ ਅਰਜ਼ ਕੀਤੀ ਜਾਵੇ ਤਾਂ ਸਾਨੂੰ ਕੇਵਲ ਭਗਤ ਸਾਹਿਬਾਨ ਜਾਂ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਐਸੇ ਬਾਣੀਕਾਰ ਹਨ ਜਿਨ੍ਹਾਂ ਦੇ ਸ਼ਲੋਕਾਂ ਦੇ ਸੰਬੰਧ ਵਿੱਚ ਯਾਦ ਰਹਿੰਦਾ ਕਿ ਇਹਨਾਂ ਨੇ ਸ਼ਲੋਕ ਉਚਾਰੇ ਹਨ ਜਾਂ ਇਹ ਲਗਾਤਾਰ ਪੜ੍ਹਨੇ ਚਾਹੀਦੇ ਨੇ ਜਾਂ ਇਹਨਾਂ ਦਾ ਅਭਿਆਸ ਕਰਨਾ ਚਾਹੀਦਾ ਜਾਂ ਇਹਨਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਜਦ ਕਿ ਸ਼ਲੋਕ 12 ਤੇ ਵਧੀਕ ਦੇ ਅੰਤਰਗਤ ਇਹ ਵੀ ਖਿਆਲ ਰੱਖਣਾ ਜ਼ਰੂਰੀ ਹੈ ਕਿ ਜਿਵੇਂ ਨੌਵੇਂ ਪਾਤਸ਼ਾਹ ਜੀ ਨੇ 57 ਸ਼ਲੋਕ ਰਚੇ ਹਨ ਅਤੇ ਉਹਨਾਂ ਦੀ ਸੁਰ ਵੈਰਾਗਮਈ ਹੈ, ਇਵੇਂ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਇਹ 33 ਸ਼ਲੋਕ ਰਚੇ ਹਨ ਸ਼ਲੋਕ 12 ਤੇ ਵਧੀਕ। ਇੱਕ ਤਾਂ ਉਹ ਸ਼ਲੋਕ ਨਾ ਜਿਹੜੇ 12 ਦੇ ਵਿੱਚ ਆ ਗਏ, ਇਹ ਵਿਸ਼ੇਸ਼ ਤੌਰ 'ਤੇ ਜਿਵੇਂ ਅਸੀਂ ਭਗਤ ਕਬੀਰ ਫਰੀਦ ਸਾਹਿਬ ਜੀ ਦੇ ਪੜ੍ਹਦੇ ਹਾਂ ਉਵੇਂ ਇਹਨਾਂ ਸ਼ਲੋਕਾਂ ਦਾ ਪਾਠ, ਇਹਨਾਂ ਦੀ ਵਿਚਾਰ, ਇਹਨਾਂ ਦਾ ਗਾਇਨ ਇਹ ਵੀ ਸਾਡੇ ਅਭਿਆਸ ਦਾ ਵਿਸ਼ਾ ਹੋਣਾ ਚਾਹੀਦਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਅਗਨ ਮਰੈ ਜਲ ਲੋੜ ਲਹੋ, ਵਿਣ ਗੁਰ ਜਲ ਨਿਧ ਨਾਹੀ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਪ੍ਰਤੱਖ ਤੌਰ 'ਤੇ ਅਗਨੀ ਬਲਦੀ ਹੋਵੇ ਚੁੱਲ੍ਹੇ ਦੇ ਵਿੱਚ ਜਾਂ ਕਿਸੇ ਜਗ੍ਹਾ ਹੋਰ ਜਗ੍ਹਾ ਲੱਕੜਾਂ ਕਰਕੇ ਅਗਨ ਬਲਦੀ ਹੋਵੇ, ਉਹਨੂੰ ਬੁਝਾਉਣ ਦਾ ਢੰਗ ਮਨੁੱਖ ਦੇ ਕੋਲ ਹੈ ਜਲ। ਉਹ ਜਲ ਲੈ ਕੇ ਉਸ ਅਗਨੀ ਉੱਪਰ ਪਾਏਗਾ, ਮੱਚਦੀ ਹੋਈ ਅਗਨੀ ਬੁਝ ਜਾਵੇਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਗਨ ਮਰੈ ਜਲ ਲੋੜ ਲਹੋ, ਕਿ ਜਿਹੜੀ ਤ੍ਰਿਸ਼ਨਾ ਦੀ ਅੱਗ ਪੰਜਾਂ ਵਿਕਾਰਾਂ ਕਰਕੇ ਹਰ ਵੇਲੇ ਚੰਚਲ ਰੱਖਦੀ ਹੈ, ਹਰ ਵੇਲੇ ਚਿੱਤ ਨੂੰ ਪਛੇਮਾਨ ਰੱਖਦੀ ਹੈ, ਉਹਨੂੰ ਗੁਰੂ ਕੇ ਅੰਮ੍ਰਿਤ ਰੂਪ ਜਲ ਦੇ ਨਾਲ ਬੁਝਾਇਆ ਜਾਵੇ। ਅਤੇ ਅੱਗੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ ਵਿਣ ਗੁਰ ਜਲ ਨਿਧ ਨਾਹੀ। ਐਸਾ ਜਲ ਜਿਹਦੇ ਨਾਲ ਤ੍ਰਿਸ਼ਨਾ ਦੀ ਅਗਨ ਬੁਝਦੀ ਹੈ, ਇਹ ਜਲ ਦਾ ਸਰੋਤ ਗੁਰੂ ਤੋਂ ਬਿਨਾਂ ਕਿਤੇ ਹੋਰ ਨਹੀਂ ਪ੍ਰਾਪਤ ਹੋਏਗਾ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਵਿਣ ਗੁਰ, ਭਾਵ ਕਿ ਜੀਵਨ ਦੇ ਕੁਝ ਐਸੀਆਂ ਜੁਗਤਾਂ, ਕੁਝ ਐਸੇ ਗਿਆਨ ਦੀ ਸਾਧਨਾ ਦੇ ਢੰਗ ਨੇ ਜਿਨ੍ਹਾਂ ਤੋਂ ਬਿਨਾਂ ਗੁਰੂ ਸ਼ਬਦ ਅੰਮ੍ਰਿਤ ਜਲ ਪ੍ਰਾਪਤ ਨਹੀਂ ਹੋ ਸਕਦਾ। ਹੁਣ ਇਸ ਪੱਖ ਨੂੰ ਦੋ ਨੁਕਤਿਆਂ ਦੇ ਨਾਲ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਪਹਿਲਾ ਤਾਂ ਐਸਾ ਹੈ
ਕਿ ਮਨੁੱਖ, ਕਿਉਂਕਿ ਪਿਛਲੇ ਸ਼ਲੋਕਾਂ ਵਿੱਚ ਜਿਵੇਂ ਵਿਚਾਰ ਚੱਲਦੀ ਆ ਰਹੀ ਸਾਰੀ ਅੰਤਰੀਵ 'ਤੇ ਹੀ ਕੇਂਦਰਿਤ ਹੈ। ਅੰਤਰੀਵ ਦਾ ਭਾਵ ਸਾਡਾ ਅੰਦਰੂਨੀ ਮਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਗਨ ਮਰੈ ਜਲ ਲੋੜ ਲਹੋ। ਹੁਣ ਅਗਨ ਦੇ ਪ੍ਰਕਾਰ ਕਿੰਨੇ ਨੇ? ਹੁਣ ਆਮ ਕਰਕੇ ਸਾਨੂੰ ਜਿਹੜੀ ਵਿਦਵਾਨਾਂ ਨੇ 3-4 ਤਰ੍ਹਾਂ ਦੀ ਅਗਨੀ ਕਹੀ ਹੈ। ਬੜਵਾ ਅਗਨੀ, ਡਉ ਅਗਨੀ, ਪ੍ਰਤੱਖ ਅਗਨੀ, ਜਠਰ ਅਗਨੀ, ਇਹ 4 ਤਰ੍ਹਾਂ ਦੀ ਅਗਨ ਕਹੀ ਹੈ। ਪਰ ਗੁਰਬਾਣੀ ਨੇ ਇੱਕ ਨਵੀਂ ਅਗਨੀ ਦਾ ਜਿਹੜਾ ਹੈ ਸੰਕਲਪ ਦਿੱਤਾ ਹੈ, ਜਿਹਨੂੰ ਗੂਜੀ ਪਾਹੇ ਕਿਹਾ ਜਾ। ਗੂਜੀ ਪਾਹੇ ਦਾ ਭਾਵ ਦਵੈਸ਼ ਦੀ ਅਗਨ, ਜਿਹੜੀ ਬੰਦੇ ਦੇ ਹਰ ਵੇਲੇ ਅੰਦਰ ਮੱਘਦੀ ਰਹਿੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਗਨ ਮਰੈ। ਅਗਨ ਗੁਰੂ ਸਾਹਿਬ ਜੀ ਨੇ ਕਿਉਂ ਸ਼ਬਦ ਵਰਤਿਆ? ਅਗਨ ਦਾ ਭਾਵ ਕੀ ਹੈ? ਅਗਨ ਦਾ ਮੁੱਖ ਭਾਵ ਹੈ ਜਿਹੜੀ ਆਪਣੀ ਤ੍ਰਿਪਤੀ ਦੇ ਲਈ ਦੂਜੀਆਂ ਚੀਜ਼ਾਂ ਨੂੰ ਜਲਾਉਂਦੀ ਹੈ। ਅੱਗ ਦਾ ਭਾਵ ਉਹ ਨਹੀਂ ਕਿ ਜਿਹੜੀ ਲੱਕੜਾਂ ਨਾਲ ਬਲਣ ਲੱਗਿਆ ਲਾਟ ਨਿਕਲਦੀ ਹੈ, ਉਹ ਨਹੀਂ ਅੱਗ ਦਾ ਮਤਲਬ। ਅੱਗ ਦਾ ਮਤਲਬ ਜਿਹੜੀ ਆਪਣੀ ਤ੍ਰਿਪਤੀ ਦੇ ਲਈ ਦੂਜਿਆਂ ਨੂੰ ਜਲਾਉਂਦੀ ਹੈ ਜਾਂ ਦੂਜਿਆਂ ਨੂੰ ਖਤਮ ਕਰਦੀ ਹੈ। ਮਨੁੱਖ ਦੀ ਉਹ ਪ੍ਰਵਿਰਤੀ ਜਿਹੜੀ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਦੂਜੇ ਦੇ ਜੀਵਨ ਨੂੰ ਸਮਾਪਤ ਕਰਦੀ ਹੈ ਅਤੇ ਦੂਜੇ ਦੇ ਜੀਵਨ ਨੂੰ ਸਮਾਪਤ ਕਰਨਾ ਆਪਣਾ ਜੀਵਨ ਸਮਝਦੀ ਹੈ, ਉਹ ਅਗਨ ਦਾ ਸੁਭਾਅ ਹੈ। ਜਿਵੇਂ ਕਿਸੇ ਮਨੁੱਖ ਦੇ ਅੰਦਰ ਕ੍ਰੋਧ ਦੀ ਅਗਨੀ ਬਲੀ ਹੈ, ਉਹ ਆਪ ਤਾਂ ਜਿੰਨਾ ਕੁ ਪ੍ਰਭਾਵਿਤ ਹੋਏਗਾ ਦੂਜੇ ਨੂੰ ਵੀ ਉਹਦੇ ਨਾਲ ਸਾੜੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਗਨ। ਹੁਣ ਤ੍ਰਿਸ਼ਨਾ ਦੀ ਅਗਨ ਅੰਦਰ ਹੈ, ਉਹ ਬੜੇ ਤਰੀਕਿਆਂ ਦੇ ਨਾਲ ਪ੍ਰਵਾਹਿਤ ਹੁੰਦੀ ਹੈ, ਕਦੇ ਲੋਭ ਦੇ ਰੂਪ ਵਿੱਚ, ਕਦੇ ਖੁਸ਼ਾਮਦ ਦੇ ਰੂਪ ਵਿੱਚ, ਕਦੇ ਕਪਟ ਦੇ ਰੂਪ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਗਨ ਮਰੈ ਜਲ ਲੋੜ ਲਹੋ। ਅਤੇ ਅਗਨੀ ਦਾ ਇੱਕ ਅਰਥ ਪ੍ਰਕਾਸ਼ ਵੀ ਹੁੰਦਾ। ਜਿਵੇਂ ਅੱਗ ਬਾਲੀਏ ਤਾਂ ਚਾਨਣ ਹੁੰਦਾ ਹੈ, ਅਗਨੀ ਦਾ ਅਰਥ ਇਹ ਪ੍ਰਕਾਸ਼ ਹੈ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਤ੍ਰਿਸ਼ਨਾ ਦੀ ਅਗਨ ਹੈ ਇਹ ਪ੍ਰਕਾਸ਼ ਵੀ ਕਰਦੀ ਹੈ। ਪ੍ਰਕਾਸ਼ ਦਾ ਭਾਵ ਕਿ ਉਂਝ ਸਾਨੂੰ ਚੀਜ਼ਾਂ ਦੇ ਨਾਲ ਬਹੁਤੀ ਕਈ ਵਾਰੀ ਵਾਹ ਵਾਸਤਾ ਨਹੀਂ ਹੁੰਦਾ, ਪਰ ਜਦੋਂ ਤ੍ਰਿਸ਼ਨਾ ਦੀ ਅਗਨ ਬਲਦੀ ਹੈ ਤਾਂ ਫਿਰ ਸਾਨੂੰ ਦੂਜੇ ਦਾ ਆਪਣੇ ਤੋਂ ਵਧੇਕ ਨਜ਼ਰ ਆਉਣ ਲੱਗ ਪੈਂਦਾ। ਤ੍ਰਿਸ਼ਨਾ ਦੇ ਵਿੱਚ ਬੰਦੇ ਨੂੰ ਜਿਹੜਾ ਦੂਜੇ ਦਾ ਵਧੇਕ ਨਜ਼ਰ ਆਉਣ ਲੱਗ ਪੈਂਦਾ, ਇਸ ਕਰਕੇ ਉਹਦੀ ਪ੍ਰਾਪਤੀ ਦੀ ਇੱਛਾ ਬੰਦੇ ਦੇ ਅੰਦਰ ਜਾਗਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅਗਨ ਸ਼ਬਦ ਵਰਤਿਆ। ਅਗਨ ਦਾ ਭਾਵ ਮਨੁੱਖ ਦਾ, ਖਾਸ ਕਰਕੇ ਵਿਕਾਰੀ ਮਨੁੱਖ ਦਾ ਉਹ ਸੁਭਾਅ, ਉਹ ਪ੍ਰਵਿਰਤੀ ਜਿਹੜੀ ਆਪਣੀ ਤ੍ਰਿਪਤੀ ਦੇ ਲਈ ਦੂਜਿਆਂ ਨੂੰ ਸਮਾਪਤ ਕਰਨਾ, ਦੂਜਿਆਂ ਨੂੰ ਜਲਾਉਣਾ, ਦੂਜੇ ਦਾ ਜੀਵਨ ਨਸ਼ਟ ਕਰਨਾ, ਦੂਜੇ ਦੇ ਜੀਵਨ ਨੂੰ ਪ੍ਰਭਾਵਿਤ ਕਰਨਾ ਆਪਣਾ ਜੀਵਨ ਸਮਝਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਗਨ ਮਰੈ। ਤ੍ਰਿਸ਼ਨਾ ਦੀ ਅਗਨ ਇਸ ਨਾਲ ਨਹੀਂ ਬੁਝੇਗੀ ਕਿ ਉਦਾਹਰਨ ਦੇ ਤੌਰ 'ਤੇ ਪਦਾਰਥਾਂ ਦੇ ਨਾਲ, ਜਿਵੇਂ ਪਦਾਰਥ ਦੀ ਤ੍ਰਿਸ਼ਨਾ ਹੈ ਅਤੇ ਪਦਾਰਥਾਂ ਦੇ ਨਾਲ ਭਰ ਦਈਏ, ਤਾਂ ਕਾਰੂ ਬਾਦਸ਼ਾਹ ਵਰਗੇ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਮੁਰਦਿਆਂ ਦੇ ਮੂੰਹ 'ਚੋਂ ਮੋਹਰਾਂ ਕਢਵਾਈਆਂ ਸਨ। ਐਸੇ ਵੀ ਹੋਏ ਨੇ। ਤਾਂ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਬਿਰਲੇ ਕੀ ਹੀ ਬੁਝੀ ਹੈ। ਕਾਮ ਦੇ ਤਲ 'ਤੇ ਵੀ ਤ੍ਰਿਸ਼ਨਾ ਨਹੀਂ ਬੁਝਦੀ। ਤ੍ਰਿਸ਼ਨਾ ਕਦੇ ਇਹ ਸੋਚਣ, ਆਮ ਕਰਕੇ ਅਸੀਂ ਜਦ ਕਦੇ ਮੈਂ ਦੇਖਿਆ ਕਥਾ ਦੇ ਵਿੱਚ ਵੀ ਸੁਣਦਾ ਕਈ ਦਫਾ, ਤ੍ਰਿਸ਼ਨਾ ਦਾ ਇੱਕੋ ਪ੍ਰਕਾਰ ਕਿਹਾ ਜਾਂਦਾ ਪਦਾਰਥ ਸੰਚਣੇ। ਪਦਾਰਥ ਸੰਚਣਾ ਇਕੱਲਾ ਤ੍ਰਿਸ਼ਨਾ ਨਹੀਂ ਹੈ। ਤ੍ਰਿਸ਼ਨਾ ਦਾ ਭਾਵ ਉਸ ਤਰ੍ਹਾਂ ਦੀ ਅਗਨੀ ਜਿਹੜਾ ਹਰ ਕੁਝ ਨੂੰ ਚਾਹੁੰਦੀ ਹੈ। ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਪਦਾਰਥ ਸੰਚਣਾ ਦਾ ਇੱਕ ਪੱਧਰ ਹੈ ਉਹਦਾ। ਇਸ ਕਰਕੇ ਗੁਰਬਾਣੀ ਵਿੱਚ ਵਾਕ ਹੁੰਦਾ ਤ੍ਰਿਸ਼ਨਾ ਵਿਆਪਤ ਬਹੁ ਪ੍ਰਕਾਰ, ਕੇ ਬੜੇ ਪ੍ਰਕਾਰਾਂ ਕਰਕੇ ਵਿਆਪਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੇ ਅੰਦਰ ਕਾਮ ਦੀ ਤ੍ਰਿਸ਼ਨਾ ਹੈ ਤਾਂ ਆਪਣੇ ਗ੍ਰਸਤ ਦੇ ਨਿਜ਼ਾਮ ਦੇ ਵਿੱਚ ਪਵਿੱਤਰ ਨਹੀਂ ਰਹਿ ਸਕੇਗਾ। ਉਹਦੀ ਮਰਿਆਦਾ ਨੂੰ ਉਲੰਘ ਕੇ ਪਰਗ੍ਰਹਿ ਵੱਲ ਰੁਚਿਤ ਹੋਵੇਗਾ ਅਤੇ ਇੰਨਾ ਜ਼ਿਆਦਾ ਸਿਲਸਿਲਾ ਵੱਧ ਜਾਏਗਾ ਕਿ ਜ਼ਿਕਰ ਮਿਲਦਾ ਕਿ ਹੈਦਰਾਬਾਦ ਦੇ ਨਿਜ਼ਾਮ ਦੀਆਂ 400 ਰਾਣੀਆਂ ਸਨ। ਕਾਰਨ ਕੀ ਹੈ? ਤ੍ਰਿਸ਼ਨਾ ਹੁਣ ਸਮਰੱਥਾ ਜ਼ਿਆਦਾ ਆ ਗਈ ਹੈ, ਔਰ ਜਿਹੜੀ ਸਮਰੱਥਾ ਇਹੀ ਤ੍ਰਿਸ਼ਨਾ ਨੂੰ ਵਧਾਉਂਦੀ ਹੈ। ਜਿਹੜੇ ਬੰਦੇ ਕੋਲੋਂ ਧਨ ਦੀ ਸਮਰੱਥਾ ਨਹੀਂ ਹੈ ਉਹ ਕਾਮ ਦੀ ਤ੍ਰਿਸ਼ਨਾ ਨੂੰ ਵੀ ਨਹੀਂ ਪੂਰਾ ਕਰ ਸਕਦਾ, ਕਿਉਂਕਿ ਸਮਰੱਥਾ ਕੋਲ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਗਨ ਮਰੈ ਜਲ ਲੋੜ ਲਹੋ। ਆਪਣੇ ਅੰਦਰੋਂ ਇਹ ਅਗਨ ਖਤਮ ਕਰੋ। ਅਤੇ ਇਸ ਕਰਕੇ ਹੁਣ ਉਦਾਹਰਨ ਦੇ ਤੌਰ 'ਤੇ ਅਗਨ ਖਤਮ ਦੋ ਢੰਗ ਦੇ ਨਾਲ ਹੋ ਸਕਦੀ। ਜਾਂ ਤਾਂ ਪਹਿਲਾਂ ਬਾਲੀ ਹੀ ਨਾ ਜਾਵੇ, ਜੇ ਬਾਲ ਦਿੱਤੀ ਗਈ ਹੈ ਤਾਂ ਫਿਰ ਇਹਨੂੰ ਬੁਝਾਉਣ ਦਾ ਢੰਗ ਲੱਕੜਾਂ ਨਹੀਂ ਹੈ। ਇਹਨੂੰ ਬੁਝਾਉਣ ਦਾ ਢੰਗ ਇਹ ਨਹੀਂ ਕਿ ਬੜੀਆਂ ਲੱਕੜਾਂ ਪਾ ਦੇਵਾਂਗੇ ਅਤੇ ਬੁਝ ਜਾਏਗੀ। ਇਹਨੂੰ ਬੁਝਾਉਣ ਦਾ ਢੰਗ ਕਿ ਇਹਦੇ ਉੱਪਰ ਜਲ ਪਾਇਆ ਜਾਵੇ। ਉਹ ਜਲ ਜਿਹੜਾ ਇਹਨੂੰ ਬੁਝਾਉਣ ਦੀ ਸਮਰੱਥਾ ਰੱਖਦਾ ਹੈ।
ਇਹ ਨਹੀਂ ਕਿ ਮਨ ਅੰਦਰ ਕਾਮ ਦੀ, ਕ੍ਰੋਧ ਦੀ, ਅਹੰਕਾਰ ਦੀ ਤ੍ਰਿਸ਼ਨਾ ਤੇ ਇਹਨੂੰ ਉਹਦੇ ਢੰਗ ਦੇ ਨਾਲ ਪੂਰਾ ਕਰਦੇ ਜਾਓ ਤੇ ਕਿਤੇ ਨਾ ਕਿਤੇ ਜਾ ਕੇ ਪੂਰੀ ਹੋ ਜਾਏਗੀ। ਐਸਾ ਨਹੀਂ ਹੋਏਗਾ, ਇਹਨੂੰ ਵਿਪਰੀਤ ਢੰਗ ਦੇ ਨਾਲ ਬੁਝਾਉਣਾ ਪਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵੇਣ ਗੁਰ ਨਿਧ ਜਲ ਨਾਹੀਂ, ਕਿ ਜਿਹੜਾ ਇਹ ਅੰਮ੍ਰਿਤ ਰੂਪ ਜਲ ਹੈ ਇਹ ਗੁਰੂ ਤੋਂ ਬਿਨਾਂ ਕਿਤੇ ਹੋਰ ਨਹੀਂ ਪ੍ਰਾਪਤ ਹੁੰਦਾ। ਤੇ ਗੁਰੂ ਨੇ ਵੀ ਇਹਨੂੰ ਦ੍ਰਿੜ ਕਰਨ ਦੇ ਲਈ ਗਿਆਨ ਦੀ ਜੁਗਤ ਦੱਸੀ ਹੈ। ਜਿਵੇਂ ਗਿਆਨ ਦੀ ਜੁਗਤ ਕੀ ਹੁੰਦੀ, ਜ਼ਿਕਰ ਰੱਖਦਿਆਂ ਇੱਕ ਅਧਿਆਪਕ ਦੀ ਬੁੱਧੀ ਦੇ ਵਿੱਚ ਕਿਸੇ ਵਿਸ਼ੇ ਦਾ ਸੰਪੂਰਨ ਗਿਆਨ ਪਿਆ ਹੈ। ਉਸ ਗਿਆਨ, ਸੰਪੂਰਨ ਗਿਆਨ ਦਾ ਪ੍ਰਵਾਹ ਉਹਨੇ ਆਪਣੇ ਵਿਦਿਆਰਥੀ ਤੱਕ ਪਹੁੰਚਾਉਣਾ ਹੈ। ਤਾਂ ਉਹ ਜਿਹੜੇ ਆਪਣੀ ਬੁੱਧੀ ਦਾ ਗਿਆਨ ਹੈ ਉਹਨੂੰ ਬੱਚੇ ਤੱਕ ਪਹੁੰਚਾਉਣ ਦੇ ਲਈ ਕਈ ਤਰ੍ਹਾਂ ਦੀਆਂ ਉਹਨੂੰ ਜਿਹੜੀਆਂ ਤਕਨੀਕਾਂ ਸਿਖਾਉਂਦਾ, ਲਿਖਣ ਦੀ, ਸੁਣਨ ਦੀ, ਪੜ੍ਹਨ ਦੀ। ਇੰਝ ਹੀ ਗੁਰੂ ਸ਼ਬਦ ਦੇ ਲਈ ਸਾਨੂੰ ਜਿਹੜਾ ਅੰਮ੍ਰਿਤ ਜਲ ਪ੍ਰਾਪਤ ਕਰਨਾ, ਜਿਹਦੇ ਨਾਲ ਸਾਡੀ ਤ੍ਰਿਸ਼ਨਾ ਬੁੱਝ ਜਾਏ, ਉਹ ਜਿਹੜਾ ਅੰਮ੍ਰਿਤ ਜਲ ਪ੍ਰਾਪਤ ਕਰਨਾ ਉਹਦੇ ਅਭਿਆਸ ਦੇ ਲਈ ਕੁਝ ਸਾਧਨਾ ਦੇ ਨੁਕਤੇ ਹਨ। ਸਭ ਤੋਂ ਪਹਿਲਾਂ ਹੈ ਕਿ ਆਪਣੇ ਮਨ ਦੇ ਮੂਲ ਸਰੂਪ ਨੂੰ ਬੁੱਝਿਆ ਜਾਵੇ। ਮਨ ਦਾ ਮੂਲ ਸਰੂਪ ਵਿਕਾਰਾਂ ਦੇ ਸੁਭਾਅ ਵਾਲਾ ਨਹੀਂ ਹੈ, ਕਿਸੇ ਤਰ੍ਹਾਂ ਦੀ ਬਾਹਰੀ ਮੰਗ ਵਾਲਾ ਨਹੀਂ ਹੈ। ਇਹ ਤਾਂ ਜਦੋਂ ਬਾਹਰੀ ਜੀਵਨ ਵੱਲ ਅਸੀਂ ਰੁਚਿਤ ਹੁੰਦੇ ਹਾਂ ਉਦੋਂ ਮਨ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਆਪਣੇ ਮਨ ਨੂੰ ਇਹਦੇ ਜੋਤ ਸਰੂਪ ਦੇ ਨੇੜੇ ਰੱਖੀਏ ਕਿ ਵਿਕਾਰਾਂ ਦੇ ਦਾਗਾਂ ਦੇ ਨਾਲ ਮਨ ਮੈਲਾ ਹੀ ਹੋਏਗਾ। ਪਰ ਜੇ ਮਨ ਮੂਲ ਸਰੂਪ ਦੇ ਨੇੜੇ ਰੱਖੀਏ, ਤੇ ਮੂਲ ਸਰੂਪ ਦਾ ਭਾਵ ਕੀ ਸੀ ਕਿ ਆਰੰਭ ਦੇ ਵਿੱਚ ਨੇਤਰਾਂ ਦੁਆਰਾ ਦੇਖਿਆ ਜਾਂਦਾ ਸੀ, ਪਰ ਨੇਤਰਾਂ ਵਿੱਚ ਕਾਮ ਦੀ ਵਾਸਨਾ ਨਹੀਂ ਸੀ। ਬਚਪਨ ਦੇ ਵਿੱਚ ਜਦੋਂ ਛੋਟੇ ਸਾਂ, ਨੇੜੇ ਕੋਈ ਨਿੰਦਿਆ ਕਰਦਾ ਸੀ, ਉਹਦੀ ਆਵਾਜ਼ ਤਾਂ ਕੰਨਾਂ ਵਿੱਚ ਪੈਂਦੀ ਸੀ, ਪਰ ਉਹਨੂੰ ਸੁਣ ਕੇ ਮਨ ਮੈਲਾ ਨਹੀਂ ਸੀ ਹੁੰਦਾ, ਨਾ ਹੀ ਚਿੱਤ ਉਹਦੇ ਤੋਂ ਪ੍ਰਭਾਵਿਤ ਹੁੰਦਾ ਸੀ। ਬਚਪਨ ਦੇ ਵਿੱਚ ਪਦਾਰਥ ਮੰਗਦੇ ਸਾਂ, ਪਦਾਰਥ ਮਿਲ ਜਾਣ ਤੋਂ ਬਾਅਦ ਸੰਤੁਸ਼ਟੀ ਹੋ ਜਾਂਦੀ ਸੀ, ਦੁਬਾਰਾ ਉਦੋਂ ਹੀ ਮੰਗਦੇ ਸਾਂ ਜਦੋਂ ਫਿਰ ਭੁੱਖ ਲੱਗਦੀ ਸੀ। ਪਰ ਹੁਣ ਐਸੀ ਹਾਲਤ ਹੈ ਕਿ ਪਦਾਰਥ ਮਿਲ ਵੀ ਗਏ ਨੇ ਔਰ ਬਹੁਤ ਜ਼ਿਆਦਾ ਮਿਲ ਗਏ ਨੇ, ਅਤੇ ਜਿਹੜੀ ਮੰਗਣ ਦੀ ਹਵਸ ਹੈ ਅੰਦਰੋਂ ਅੰਦਰ ਹੀ ਗਾਂਹ ਵੱਧਦੀ ਜਾ ਰਹੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਰੂਪ ਜਲ ਨੂੰ ਪ੍ਰਾਪਤ ਕਰਨਾ ਤੇ ਪਹਿਲਾਂ ਆਪਣੇ ਮਨ ਦੇ ਮੂਲ ਸਰੂਪ ਨੂੰ ਨੇੜੇ ਰੱਖੋ। ਜੀਵਨ ਦੇ ਵਿੱਚ ਕਦੇ ਬੰਦਾ, ਅਸੀਂ ਆਮ ਕਰਕੇ ਮੈਂ ਕਈ ਦਫਾ ਸ਼ਬਦ ਸੁਣੇ ਨੇ, ਬੰਦੇ ਨੂੰ ਇਮਾਨਦਾਰ ਰਹਿਣਾ ਚਾਹੀਦਾ, ਇਮਾਨਦਾਰ ਰਹਿਣਾ ਚਾਹੀਦਾ। ਜੀਵਨ ਦੇ ਵਿੱਚ ਇੱਕ ਸੂਫੀਆਂ ਦੀ ਬੜੀ ਕਮਾਲ ਦੀ ਘਟਨਾ ਹੈ। ਦੋ ਸੂਫੀ ਕਿਸੇ ਮਾਰਗ 'ਤੇ ਚੱਲੇ, ਨਾਲ ਉਹਨਾਂ ਦਾ ਇੱਕ ਚੇਲਾ ਸੀ। ਅਤੇ ਉਹ ਚੱਲਣ ਲੱਗਿਆ ਉਹਨਾਂ ਨੇ ਕਿਹਾ ਕਿ ਕਿਉਂਕਿ ਪਤਾ ਨਹੀਂ ਸੀ ਕਿੱਥੇ ਜਾਣਾ, ਰੱਬ ਦੀ ਮੌਜ 'ਚ ਵਿਚਰਦੇ ਜਾਣਾ ਸੀ ਉਹਨਾਂ ਨੇ। ਉਹ ਚੇਲਾ ਕਹਿਣ ਲੱਗਾ ਕਿ ਇੰਝ ਕਰਦੇ ਹਾਂ ਕਿ ਅਸੀਂ ਰਾਸ਼ਨ ਆਦਿਕ ਦਾ ਪ੍ਰਬੰਧ ਚੰਗੀ ਤਰ੍ਹਾਂ ਕਰ ਲਈਏ, ਸਫ਼ਰ ਸੌਖਾ ਰਹੇਗਾ। ਬਸਤਰ ਆਦਿਕ ਵੀ ਨਾਲ ਉਠਾ ਲਏ, ਕਾਫੀ ਰਾਸ਼ਨ ਵੀ ਬੰਨ੍ਹ ਲਿਆ, ਕੁਝ ਹੋਰ ਸਾਜੋ ਸਮਾਨ ਲੈ ਲਿਆ। ਚੱਲ ਪਏ। ਹੁਣ ਇੱਕ ਦਿਨ ਤਾਂ ਚੱਲਣਾ ਪੈਣਾ ਹੈ। ਇੱਕ ਦਿਨ ਚੱਲਦਾ ਕਿ ਜਦੋਂ ਪਹਿਲੀ ਸ਼ਾਮ ਨੂੰ ਠਹਿਰੇ ਤਾਂ ਉਹਨਾਂ ਦਾ ਜਿਹੜਾ ਚੇਲਾ ਸੀ ਉਹਦੀ ਹਾਲਤ ਬੁਰੀ ਹੋ ਗਈ, ਕਿਉਂਕਿ ਸਮਾਨ ਉਠਾਉਣਾ ਪਿਆ ਉਹਨੂੰ ਰਸਤੇ ਵਿੱਚ। ਸ਼ਾਮ ਵੇਲੇ ਉਹਦੇ ਵਿੱਚੋਂ ਬਣਾ ਕੇ ਥੋੜ੍ਹਾ ਜਿਹਾ ਭੋਜਨ ਖਾ ਲਿਆ, ਭਾਰ ਹੌਲਾ ਹੋ ਗਿਆ। ਅਗਲੇ ਦਿਨ ਬੜੀ ਮੁਸ਼ਕਿਲ ਦੇ ਨਾਲ ਚੱਲਿਆ। 7 ਕੁ ਦਿਨਾਂ ਬਾਅਦ ਉਹਦੇ ਜੀਵਨ ਦੀ ਹਾਲਤ ਬਹੁਤ ਪਤਲੀ ਹੋ ਗਈ। ਤਾਂ ਫਿਰ ਉਹਨਾਂ ਜਿਹੜੇ ਸੂਫੀ ਸਾਧਕ ਸਨ ਉਹਨਾਂ ਨੂੰ ਕਹਿਣ ਲੱਗਾ ਕਿ ਮੈਨੂੰ ਆਗਿਆ ਦੇ ਦਿਓ, ਮੈਂ ਵਾਪਸ ਜਾਣਾ ਚਾਹੁੰਦਾ ਹਾਂ, ਜਾਂ ਮੈਂ ਇੱਥੇ ਕਿਤੇ ਹੋਰ ਸਮਾਂ ਵਿਰਾਮ ਕਰਨਾ ਚਾਹੁੰਦਾ, ਮੈਂ ਰੋਜ਼ ਤੁਹਾਡੇ ਨਾਲ ਨਹੀਂ ਚੱਲ ਸਕਦਾ। ਉਹਨਾਂ ਦੋ ਸੂਫੀ ਫਕੀਰਾਂ ਨੇ ਉਹਨੂੰ ਜਵਾਬ ਦਿੱਤਾ ਕਿ ਜੀਵਨ ਤਾਂ ਪਹਿਲਾਂ ਹੀ ਬੜਾ ਭਾਰੀ ਹੈ, ਆਪਣੀ ਦੇਹ ਪਹਿਲਾਂ ਹੀ ਬੜੀ ਭਾਰੀ ਹੈ। ਬੰਦਾ ਇਕੱਲਾ ਵੀ ਚੱਲਦਾ ਹੋਵੇ ਤਾਂ ਵੀ ਥੱਕ ਜਾਂਦਾ, ਭਾਰ ਤਾਂ ਵੱਖਰੀ ਗੱਲ ਹੈ। ਇਕੱਲਾ ਹੀ ਬੰਦਾ 20-25 ਕਿਲੋਮੀਟਰ ਚੱਲ ਜਾਵੇ ਤਾਂ ਵੀ ਥੱਕ ਲੈਂਦਾ ਹੈ। ਸੂਫੀ ਫਕੀਰ ਕਹਿਣ ਲੱਗੇ ਜੀਵਨ ਤਾਂ ਪਹਿਲਾਂ ਹੀ ਬੜਾ ਭਾਰੀ ਹੈ, ਉੱਤੋਂ ਆਪਣੀਆਂ ਲੋੜਾਂ, ਗਰਜਾਂ ਜਾਂ ਸਵਾਰਥਾਂ ਕਰਕੇ ਇਸ ਤਰ੍ਹਾਂ ਦੇ ਬੋਝ ਉਠਾ ਲੈਣੇ, ਇਹ ਕਈ ਵਾਰੀ ਸਫ਼ਰ ਨੂੰ ਇੰਨਾ ਮੁਹਾਲ ਕਰ ਦਿੰਦੇ ਨੇ ਕਿ ਆਮ ਸਮਰੱਥਾ ਦੇ ਨਾਲ ਬੰਦਾ 10 ਕਿਲੋਮੀਟਰ ਚੱਲ ਸਕਦਾ ਹੈ, ਪਰ ਜਦੋਂ ਬੋਝ ਉਠਾ ਲਏ ਤਾਂ ਉਹੀ ਸਮਰੱਥਾ ਘਟ ਕੇ ਅੱਧੀ ਰਹਿ ਜਾਂਦੀ ਹੈ। ਭਾਵ ਕਿ ਜਦੋਂ ਮਨ ਦੇ ਮੂਲ ਸਰੂਪ ਦੇ ਉੱਪਰ ਸਵਾਰਥਾਂ ਦਾ, ਗਰਜਾਂ ਦਾ, ਇੱਛਾਵਾਂ ਦਾ, ਤ੍ਰਿਸ਼ਨਾਵਾਂ ਦਾ ਭਾਰ ਪੈ ਜਾਏ, ਫਿਰ ਬੰਦਗੀ ਮਾਰਗ 'ਤੇ ਚੱਲਣਾ ਮੁਸ਼ਕਿਲ ਹੁੰਦਾ ਹੈ। ਹੁਣ ਜਿਹੜੇ ਬੰਦੇ ਗੁਰੂ ਘਰ ਨਿਰੰਤਰ ਨਹੀਂ ਆਉਂਦੇ ਜਾਂ ਕਦੇ ਵੀ ਨਹੀਂ ਆਉਂਦੇ, ਉਹਨਾਂ ਦੇ ਜੀਵਨ ਨੂੰ ਬਾਅਦ ਕੀ ਹੈ, ਇੱਛਾਵਾਂ ਦੇ ਥੱਲੇ ਦੱਬੇ ਹੋਏ ਨੇ, ਤ੍ਰਿਸ਼ਨਾ ਨੇ, ਅੱਗ ਨੇ ਉਹਨਾਂ ਨੂੰ ਮਗਾਇਆ ਹੋਇਆ, ਦਿਨ ਰਾਤ ਮੱਗਦੇ ਰਹਿੰਦੇ ਨੇ। ਇਸ ਕਰਕੇ ਉਹ ਸੂਫੀ ਕਹਿਣ ਲੱਗੇ ਤੈਨੂੰ ਪਹਿਲਾਂ ਕਿਹਾ ਸੀ
ਕਿ ਦੇਹ ਦਾ ਹੀ ਆਪਣਾ ਬੜਾ ਭਾਰ ਹੈ, ਜੀਵਨ ਪਹਿਲਾਂ ਹੀ ਬੜਾ ਭਾਰੀ ਹੈ। ਭਾਰੀ ਹੋਣ ਦਾ ਮਤਲਬ ਕੀ ਹੈ ਕਿ ਜੀਵਨ ਮਿਲਿਆ ਹੋਇਆ ਇੱਕ ਦਿਨ ਦੇ ਵਿੱਚ 20-21 ਹਜ਼ਾਰ ਸਵਾਸ ਮਿਲ ਰਿਹਾ ਹੈ, ਇਹਦੇ ਵਿੱਚੋਂ 1000 ਸਵਾਸ ਵੀ ਮਾਲਕ ਦੇ ਅਰਥ ਨਹੀਂ ਲਗਾਇਆ ਜਾ ਰਿਹਾ। ਜੀਵਨ ਤਾਂ ਪਹਿਲਾਂ ਹੀ ਬੜਾ ਭਾਰੀ ਹੈ। ਦੂਜੇ ਪਾਸੇ ਤੂੰ ਇਸ ਤਰ੍ਹਾਂ ਦਾ ਬੋਝ ਉਠਾ ਲਿਆ, ਭਾਵ ਕਿ ਤ੍ਰਿਸ਼ਨਾ ਦਾ, ਵਿਕਾਰਾਂ ਦਾ, ਵਾਸਨਾ ਦਾ ਬੋਝ ਉਠਾ ਲਿਆ, ਤੇ ਇਹ ਤਾਂ ਤੇਰੇ ਰਸਤੇ ਨੂੰ ਜੀਵਨ ਦੇ ਵਿੱਚ ਹੀ ਜ਼ਿਆਦਾ ਥਕਾ ਦੇਵੇਗਾ, ਅਤੇ ਥੱਕਣ ਦੇ ਨਾਲ ਹੀ ਤੇਰਾ ਸਫ਼ਰ ਰੁਕ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਗਨ ਮਰੈ ਜਲ ਲੋੜ ਲਹੋ। ਇਹ ਜਿਹੜਾ ਅੰਮ੍ਰਿਤ ਰੂਪ ਜਲ ਪ੍ਰਾਪਤ ਕਰਨਾ ਹੈ, ਇਹਦਾ ਪਹਿਲਾ ਢੰਗ ਹੈ ਮਨ ਦੇ ਮੂਲ ਸਰੂਪ ਦੇ ਨੇੜੇ ਰਹੋ। ਅਤੇ ਮਨ ਦੇ ਮੂਲ ਸਰੂਪ ਦੇ ਨੇੜੇ ਰਹਿਣ ਦਾ ਮਤਲਬ ਹੈ ਕਿ ਦੇਹ ਦੀਆਂ ਲੋੜਾਂ ਹੋਰ ਚੀਜ਼ ਨੇ, ਮਨ ਦੀਆਂ ਲੋੜ ਕੋਈ ਨਹੀਂ ਹੈ। ਮਨ ਦੀਆਂ ਲੋੜਾਂ ਅਸੀਂ ਆਪ ਬਣਾਉਂਦੇ ਹਾਂ। ਅੱਜ ਜਿੰਨਾ ਸਮਾਜ ਦੇ ਵਿੱਚ ਪਸਾਰਾ ਵੱਧਦਾ ਜਾ ਰਿਹਾ ਹੈ, ਕਦੇ ਦੇਖਣਾ ਕਦੇ ਜੀਵਨ ਦੇ ਵਿੱਚ ਵਾਚਣਾ। ਮੈਂ ਕਈ ਦਫਾ ਅੱਜ ਕਈ ਚੀਜ਼ਾਂ ਨਵੀਆਂ ਪੜ੍ਹਦਾ ਤਾਂ ਉਹਦੇ ਵਿੱਚੋਂ ਬੜਾ ਕੁਝ ਸਮਝ ਆਉਂਦਾ ਹੈ। ਅਸੀਂ ਆਪਣੇ ਇੱਕ ਘਰ ਦੀ ਗੱਲ ਕਰ ਲਈਏ, ਆਪਣੇ ਮਕਾਨ ਦੀ ਗੱਲ ਕਰ ਲਈਏ। ਸਾਡੇ ਜੀਵਨ ਨੂੰ ਗੁਜ਼ਰਾਨ ਕਰਨ ਦੇ ਲਈ 2 ਤੋਂ 3 ਕਮਰੇ ਚਾਹੀਦੇ ਨੇ, ਪਰ ਸਾਡਾ ਵਿਸਥਾਰ ਇੰਨੇ ਵਿੱਚ ਆਉਂਦਾ ਨਹੀਂ। ਸਾਡੀ ਦੇਹ ਦੀ ਲੋੜ ਇੰਨੀ ਹੈ, ਪਰ ਸਾਡਾ ਮਨ ਕਹਿੰਦਾ ਨਹੀਂ, ਤੇਰੀ ਹਸਤੀ ਮਕਾਨ ਤੋਂ ਪਤਾ ਲੱਗਣੀ ਚਾਹੀਦੀ ਹੈ, ਇਹਦੀ ਏਡੀ ਦੂਰ ਦੂਰ ਤੱਕ ਹੱਦ ਹੋਣੀ ਚਾਹੀਦੀ ਹੈ ਕਿ ਇਹ ਬੜਾ ਆਲੀਸ਼ਾਨ ਲੱਗੇ। ਮਨ ਵਿਥਾਰ ਕਰਦਾ ਹੈ। ਤਨ ਦੀ ਲੋੜ ਕਹਿੰਦੀ ਇੱਕ ਕਮਰੇ 'ਚ ਗੁਜ਼ਰਾਨ ਹੋ ਜਾਣਾ। ਮੈਂ ਕਈ ਐਸੇ ਘਰ ਦੇਖੇ, ਸਾਡੇ ਨਿਕਟਵਰਤੀ ਨੇ, ਕਈ 3-3 4 ਮੰਜ਼ਿਲਾਂ ਨੇ, 3 ਜੀ ਰਹਿਣ ਵਾਲੇ ਨੇ। ਬਿਲਡਿੰਗ ਡਰਾਉਣੀ ਲੱਗਦੀ ਕਈ ਵਾਰੀ। ਕਾਰਨ ਕੀ ਹੈ? ਹੁਣ ਤਨ ਦੀ ਲੋੜ ਨਹੀਂ ਹੈ, ਮਨ ਨੇ ਕਹਿ ਦਿੱਤਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਜਲ ਤਾਂ ਪ੍ਰਾਪਤ ਹੋਏਗਾ ਕਿ ਜੇ ਮਨ ਦੇ ਮੂਲ ਸਰੂਪ ਦੇ ਨੇੜੇ ਰਹੇਗਾ। ਅਤੇ ਜਿਹੜੇ ਬਹੁਤ ਜ਼ਿਆਦਾ ਵੱਡੇ ਆਲੀਸ਼ਾਨ ਮਕਾਨ ਬਣਾ ਕੇ ਜਿਉਣਾ, ਇਹ ਤਨ ਦੀ ਲੋੜ ਨਹੀਂ। ਇਹ ਤਨ ਦੀ ਲੋੜ ਹੋ ਸਕਦੀ ਕਿਤੇ ਥੋੜ੍ਹੀ ਬਹੁਤ, ਮਨ ਦੀ ਲੋੜ ਨਹੀਂ ਹੈ। ਕਿਉਂਕਿ ਮਨ ਦ੍ਰਿਸ਼ ਹੈ, ਪਰ ਮਨ ਨੇ ਪੈਦਾ ਕਰ ਦਿੱਤਾ ਕਿ ਤੇਰੀ ਹੋਂਦ ਤੇਰੇ ਮਕਾਨ ਤੋਂ ਪਤਾ ਲੱਗਣੀ ਚਾਹੀਦੀ ਹੈ, ਉਹ ਤਾਂ ਬਹੁਤ ਆਲੀਸ਼ਾਨ ਹੋਣਾ ਚਾਹੀਦਾ। ਇੱਕ ਪੱਖ। ਦੂਜਾ ਪੱਖ ਉਦਰ ਪੂਰਤੀ ਦੇ ਲਈ, ਜੀਵਨ ਦੇ ਵਿੱਚ ਨਿਰਵਾਹ ਦੇ ਲਈ ਸਾਤਵਿਕ ਕਿਸਮ ਦੇ ਕੁਝ ਪਦਾਰਥਾਂ ਦੀ ਜ਼ਰੂਰਤ ਹੈ। ਪਰ ਇਹ ਤਨ ਦੀ ਲੋੜ ਹੈ ਕਿ ਜੀਵਨ ਦੇ ਵਿੱਚ 1000-1500 ਕੈਲਰੀ ਵਾਲਾ ਭੋਜਨ ਚਾਹੀਦਾ ਹੈ। ਪਰ ਮਨ ਨੇ ਜਿਹੜੀ ਸਵਾਦਾਂ ਦੇ ਰਸ-ਕਸ ਵਾਲੀ ਤ੍ਰਿਸ਼ਨਾ ਪੈਦਾ ਕਰ ਦਿੱਤੀ, ਉਹ ਬਹੁਤ ਕੁਝ ਦੀ ਮੰਗ ਕਰਦੀ ਹੈ। ਔਰ ਇੱਥੋਂ ਤੱਕ ਚੱਲੀ ਜਾਂਦੀ ਹੈ ਕਿ ਜੀਵਾਂ ਦਾ ਅਪਹਰਣ ਕਰਨ ਤੋਂ ਬਾਅਦ ਹੀ ਮਨ ਦੀ ਜਿਹੜੀ ਪਦਾਰਥਕ ਤ੍ਰਿਸ਼ਨਾ ਜਿਹੜੀ ਖਾਣ ਵਾਲੀ, ਉਹ ਰੱਜਦੀ। ਇਸ ਕਰਕੇ ਮਨ ਦੇ ਮੂਲ ਸਰੂਪ ਦੇ ਨੇੜੇ ਨਹੀਂ ਹੈ, ਮਨ ਦੇ ਭਟਕੇ ਹੋਏ ਸਰੂਪ ਦੇ ਮਗਰ ਹੈ। ਮਨ ਦਾ ਭਟਕਿਆ ਹੋਇਆ ਸਰੂਪ ਹੋਰ ਦੀ ਮੰਗ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਜਲ ਤਾਂ ਪ੍ਰਾਪਤ ਹੋਏਗਾ, ਪਹਿਲਾਂ ਆਪਣੇ ਮਨ ਦੇ ਮੂਲ ਸਰੂਪ ਦੇ ਨੇੜੇ ਰਹਿਣਾ ਸ਼ੁਰੂ ਕਰੋ। ਤਾਂ ਕਰਕੇ ਜਿਹੜੇ ਅਧਿਆਤਮ ਕਿਸਮ ਦੇ ਬੰਦੇ ਹਨ ਦੁਨੀਆ ਦੇ ਵਿੱਚ, ਕੁਝ ਐਸਾ ਨਹੀਂ ਸੰਚਦੇ ਜਾਂ ਬਹੁਤ ਨਹੀਂ ਸੰਚਦੇ, ਬਹੁਤਾ ਕੁਝ ਨਹੀਂ ਸੰਚਦੇ। ਉਹਨਾਂ ਨੂੰ ਪਤਾ ਹੈ ਜੀਵਨ ਦੀ ਦੇਹ ਦੀ ਲੋੜਾਂ ਇੰਨੀਆਂ ਕੀ ਹਨ। ਜ਼ਿਆਦਾ ਸੰਚਣਾ ਮਨ ਦਾ ਵਿਥਾਰ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ 'ਚ ਵੀ ਆਉਂਦਾ, ਜਿੰਨੀ ਚੱਲਣ ਜਾਣਿਆ ਸੇ ਕੋ ਕਰੇ ਵਿਥਾਰ। ਅਸੀਂ ਆਮ ਕਰਕੇ ਕਲੇਸ਼ ਸ਼ਬਦ ਵਰਤਦੇ ਹਾਂ ਜੀ, ਉਹਨਾਂ ਘਰ ਬੜਾ ਕਲੇਸ਼ ਪਿਆ ਰਹਿੰਦਾ, ਜਾਂ ਉਹਨਾਂ ਦੇ ਮੁਹੱਲੇ 'ਚ ਬੜਾ ਕਲੇਸ਼ ਰਹਿੰਦਾ। ਸਾਨੂੰ ਪਤਾ ਹੀ ਨਹੀਂ ਅਜੇ ਤੱਕ ਕਲੇਸ਼ ਸ਼ਬਦ ਕੀ ਹੈ। ਕਲੇਸ਼ ਸ਼ਬਦ ਦਾ ਮਤਲਬ ਹੈ ਕਿ ਮਨ ਦਾ ਵਿਕਾਰੀ ਹੋਣਾ ਅਤੇ ਤਨ ਨੂੰ ਵੀ ਉਹਨੇ ਨਾਲ ਭਟਕਾਈ ਜਾਣਾ। ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਬੰਦਾ ਕਾਮ ਦੀ ਉਤੇਜਨਾ ਵਿੱਚ ਹੁੰਦਾ, ਕਈ ਵਾਰੀ ਸਰੀਰ ਸਾਥ ਨਹੀਂ ਦਿੰਦਾ, ਪਰ ਕਾਮ ਦੀ ਉਤੇਜਨਾ ਨੂੰ ਗਲੀ ਅਵਾਰਾਗਰਦੀ ਕਰਵਾਉਂਦੀ ਫਿਰਦੀ ਹੈ। ਕਦੀ ਹੰਕਾਰ ਦੀ ਜਿਹੜੀ ਬਣੀ ਹੁੰਦੀ ਤ੍ਰਿਸ਼ਨਾ ਹੈ, ਐਵੇਂ ਨਿੱਕੀਆਂ ਮੋਟੀਆਂ ਮਜਲਸਾਂ ਦੇ ਵਿੱਚ ਚੌਧਰੀ ਬਣੇ ਫਿਰਦੇ ਨੇ ਲੋਕ। ਕਾਰਨ ਕੀ ਹੈ? ਤ੍ਰਿਸ਼ਨਾ ਭਟਕਾ ਰਹੀ ਹੈ ਮਨ ਦੇ ਉੱਪਰ, ਜਿਹੜੀ ਸਵਾਰ ਹੋਈ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਨ ਦੇ ਮੂਲ ਸਰੂਪ ਦੇ ਨੇੜੇ ਰਹੋ। ਹੁਣ ਮਨ ਦਾ ਮੂਲ ਸਰੂਪ ਕੀ ਹੈ ਕਿ ਬੰਦੇ ਨੂੰ ਕਿਸੇ ਤਰ੍ਹਾਂ ਦੇ ਵਿਸਥਾਰ ਕਰਨ ਦੀ ਲੋੜ ਨਹੀਂ ਪੈਂਦੀ। ਜੇ ਮਨ ਦੇ ਮੂਲ ਸਰੂਪ ਦੇ ਨੇੜੇ ਰਹੇ, ਜੀਵਨ ਦਾ ਨਿਰਵਾਹ ਠੀਕ ਹੈ, ਪਰ ਮਨ ਆਖਦਾ ਵਿਸਥਾਰ ਕਰ। ਔਰ ਉਹੀ ਮਨ ਆਖਦਾ ਵਿਸਥਾਰ ਕਰ ਜਿਹੜਾ ਤ੍ਰਿਸ਼ਨਾ ਦੇ ਅਧੀਨ ਹੈ। ਜਿਹੜਾ ਤ੍ਰਿਸ਼ਨਾ ਦੇ ਅਧੀਨ, ਉਹਨੂੰ ਕਿਸੇ ਤਰ੍ਹਾਂ ਦਾ ਬਖੇੜਾ ਖੜਾ ਕਰਨ ਦੀ ਲੋੜ ਹੀ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪਹਿਲਾ ਨੁਕਤਾ ਹੈ ਕਿ ਆਪਣੇ ਮਨ ਦੇ ਮੂਲ ਸਰੂਪ ਦੇ ਨੇੜੇ ਰਹੋ। ਦੂਜਾ ਨੁਕਤਾ ਹੈ ਅੰਮ੍ਰਿਤ ਰੂਪ ਜਲ ਨੂੰ ਪ੍ਰਾਪਤ ਕਰਨ ਦਾ, ਕਿ ਮਨ ਨੂੰ ਉਹ ਖੁਰਾਕ ਦਿਓ ਜਿਹਦੇ ਨਾਲ ਇਹ ਸੰਤੋਖ ਭਾਵ ਵਿੱਚ ਰਹਿ ਸਕੇ। ਮਨ ਨੂੰ ਉਹ ਖੁਰਾਕ ਦਿਓ। ਉਦਾਹਰਨ ਦੇ ਤੌਰ 'ਤੇ
ਜਿਵੇਂ ਬੰਦੇ ਕਈ ਵਾਰੀ ਰੋਗੀ ਹੋ ਜਾਂਦੇ, ਉਹਨਾਂ ਨੂੰ ਲਿਕਵਿਡ ਕਿਸਮ ਦੀ ਖੁਰਾਕ ਦੇਈਦੀ, ਕਿਉਂਕਿ ਸਰੀਰ ਮਾਫਕ ਨਹੀਂ, ਅਜੇ ਪਚਾ ਨਹੀਂ ਸਕਦਾ ਠੋਸ ਭੋਜਨ। ਇਸ ਕਰਕੇ ਮਨ ਨੂੰ ਖੁਰਾਕ ਉਹ ਦਿਓ ਜਿਹਦੇ ਨਾਲ ਮਨ ਬਲਵਾਨ ਹੋਵੇ, ਜਿਹਦੇ ਨਾਲ ਮਨ ਦੇ ਵਿੱਚ ਠੋਸਪੁਣਾ ਆਵੇ, ਜਿਹਦੇ ਨਾਲ ਮਨ ਦੇ ਵਿੱਚ ਸੰਸਾਰ ਨੂੰ, ਸੰਸਾਰ ਦੇ ਸੱਚ ਨੂੰ ਬੁੱਝਣ ਦੀ ਸਮਰੱਥਾ ਪੈਦਾ ਹੋਵੇ। ਅਤੇ ਇਹ ਸਮਰੱਥਾ ਸਾਨੂੰ ਕਿਤੇ ਦੁਨੀਆਦਾਰੀ ਦੀ ਮਹਿਫਲ 'ਚੋਂ ਨਹੀਂ ਮਿਲੇਗੀ, ਇਹ ਗੁਰੂ ਸ਼ਬਦ ਵਿੱਚੋਂ ਮਿਲੇਗੀ। ਜਦੋਂ ਕੀਰਤਨ ਦੇ ਨਾਲ ਮਨੁੱਖ ਜੁੜਦਾ ਹੈ ਤਾਂ ਉਹਦੇ ਜੀਵਨ ਦੇ ਵਿੱਚ ਇੱਕ ਅੰਮ੍ਰਿਤ ਰਸ ਦਾ ਸੰਚਾਰ ਹੁੰਦਾ, ਅਤੇ ਬਾਅਦ ਜਦੋਂ ਕਥਾ ਦੇ ਨਾਲ ਜੁੜਦਾ ਹੈ, ਫਿਰ ਜਿਹੜਾ ਕੀਰਤਨ ਦਾ ਬਣਿਆ ਹੋਇਆ ਰਸ ਹੈ ਕਥਾ ਦੇ ਬੀਜ ਨੂੰ ਪ੍ਰਫੁੱਲਤ ਕਰਨ ਦੇ ਲਈ ਮਦਦ ਕਰਦਾ ਹੈ, ਅਤੇ ਬੰਦਾ ਆਪਣੇ ਮਾਨਸਿਕ ਤਲ 'ਤੇ ਜਿਹੜੇ ਉਹਦੇ ਖਿਆਲ ਫੁਰਨੇ ਹੁੰਦੇ ਹਨ ਉਹਨਾਂ ਦੇ ਵਿੱਚ ਜ਼ਿਆਦਾ ਕਾਮਯਾਬ, ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ। ਕਿਉਂਕਿ ਉਹਨੇ ਰੋਜ਼ਾਨਾ ਜੇ ਬਾਣੀ 'ਚ ਸ਼ਬਦ ਸੁਣਿਆ ਕੋਈ ਤ੍ਰਿਸ਼ਨਾ ਬਾਰੇ, ਬਾਅਦ 'ਚ ਉਹਦੀ ਕਥਾ ਸੁਣੀ ਹੈ, ਅਤੇ ਇਹ ਉਹਦੇ ਮਨ ਦੀ ਖੁਰਾਕ ਹੋਈ ਹੈ, ਮਨ ਦੀ ਗਿਆਨ ਰੂਪ ਖੁਰਾਕ ਹੈ। ਰੋਜ਼ ਰੋਜ਼ ਮਨ ਅੰਦਰ ਇਸ ਖੁਰਾਕ ਦਾ ਸੰਚਾਰ ਕਰੇਗਾ ਅਤੇ ਮਨ ਇੰਨਾ ਜ਼ਿਆਦਾ ਸਬਲ ਹੋ ਜਾਏਗਾ, ਇੰਨਾ ਜ਼ਿਆਦਾ ਠੋਸ ਹੋ ਜਾਏਗਾ ਕਿ ਕੋਈ ਫਿਰ ਵਿਕਾਰਾਂ ਦਾ ਹਲਕਾ ਫੁਲਕਾ ਫੁਰਨਾ ਮਨ ਨੂੰ ਪ੍ਰਭਾਵਿਤ ਨਹੀਂ ਕਰ ਸਕੇ। ਇਸ ਕਰਕੇ ਮਨ ਦੀ ਖੁਰਾਕ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ, ਅਤੇ ਐਸੀ ਖੁਰਾਕ ਜਿਹੜੀ ਇਹਨੂੰ ਬਲਵਾਨ ਕਰੇ। ਹੁਣ ਉਦਾਹਰਨ ਦੇ ਤੌਰ 'ਤੇ ਇੱਥੇ ਅਸੀਂ 45 ਮਿੰਟ ਬੈਠਦੇ, 45 ਮਿੰਟ ਸਾਰੇ ਲਾਭ ਭਰੇ ਨੇ, ਪਰ ਦੁਨੀਆਦਾਰੀ ਦੀ ਮਹਿਫਲ 'ਚ ਬੈਠਦੇ ਹਾਂ ਤਾਂ ਕਈ ਵਾਰੀ ਅਸੀਂ ਖੁਦ ਹੀ ਮੁਲਾਂਕਣ ਕਰਦੇ ਕਿ ਭਾਵੇਂ ਇੱਥੇ 3 ਘੰਟੇ ਬੈਠੇ ਹਾਂ, ਗੱਲ ਤਾਂ ਸਾਰੀ ਚੱਜ ਦੀ 15 ਕੁ ਮਿੰਟ ਹੋਈ ਹੈ, ਬਾਕੀ ਤਾਂ ਸਾਰਾ ਵਿਅਰਥ ਕੂੜ ਕਵਾੜ ਸੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੂਜਾ ਨੁਕਤਾ ਹੈ ਕਿ ਆਪਣੇ ਮਨ ਦੀ ਖੁਰਾਕ ਦਾ ਸਹੀ ਪ੍ਰਬੰਧ ਕਰੋ। ਅਤੇ ਮਨ ਦੀ ਖੁਰਾਕ, ਹੁਣ ਖੁਰਾਕ ਵੀ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਖੁਰਾਕ ਹੈ ਜਿਹਨੂੰ ਖਾਣ ਤੋਂ ਬਾਅਦ ਸਰੀਰ ਪ੍ਰਭਾਵਿਤ ਹੁੰਦਾ ਹੈ, ਇੱਕ ਖੁਰਾਕ ਹੈ ਜਿਹਨੂੰ ਖਾਣ ਤੋਂ ਬਾਅਦ ਜੀਵਨ ਦੀ ਥੋੜ੍ਹੀ ਵੈਧਤਾ ਵੱਧ ਜਾਂਦੀ, ਜੀਵਨ ਦੀ ਥੋੜ੍ਹੀ ਨਿਰੋਗਤਾ ਵੱਧ ਜਾਂਦੀ ਹੈ। ਆਮ ਕਿਸਮ ਦਾ ਜਿਹੜਾ ਮਨ ਦੇ ਜਿਹੜੀ ਮੰਗ ਕਰਦਾ ਉਸ ਤਰ੍ਹਾਂ ਦੀ ਵਿਸ਼ਿਆਂ ਦੀ ਪੂਰਤੀ ਕਰ ਦੇਣੀ ਮਨ ਨੂੰ ਕਮਜ਼ੋਰ ਕਰਦੀ ਹੈ, ਪਰ ਮਨ ਨੂੰ ਠੀਕ ਰੂਪ ਦੇ ਵਿੱਚ ਗਿਆਨ ਦੇ ਮਾਰਗ 'ਤੇ ਚਲਾਉਣਾ, ਕੀਰਤਨ ਦੇ ਰਸ ਨਾਲ ਜੋੜਨਾ, ਇਹ ਮਨ ਦੀ ਸਹੀ ਖੁਰਾਕ ਹੈ। ਦੂਜਾ ਨੁਕਤਾ। ਤੀਜਾ ਨੁਕਤਾ ਹੈ ਕਿ ਪਹਿਲਾ ਨੁਕਤਾ ਮਨ ਨੂੰ ਜੇ ਅੰਮ੍ਰਿਤ ਜਲ ਪ੍ਰਾਪਤ ਕਰਨਾ ਜਿਹਦੇ ਨਾਲ ਤ੍ਰਿਸ਼ਨਾ ਦੀ ਅਗਨ ਬੁਝ ਸਕੇ, ਤਾਂ ਪਹਿਲਾ ਹੈ ਕਿ ਮਨ ਨੂੰ ਆਪਣੇ ਮੂਲ ਸਰੂਪ ਦੇ ਨੇੜੇ ਰੱਖੋ। ਦੂਜਾ ਹੈ ਕਿ ਗੁਰੂ ਸ਼ਬਦ ਦੇ ਦੁਆਰਾ ਮਨ ਦੀ ਖੁਰਾਕ ਦਾ ਉਚਿਤ ਪ੍ਰਬੰਧ ਕਰੋ। ਤੀਜਾ ਇਹ ਹੈ ਕਿ ਹੌਲੀ ਹੌਲੀ ਮਨ ਦੀ ਹਸਤੀ ਨੂੰ ਮਨਫੀ ਕਰ ਦਿਓ। ਮਨ ਦੀ ਹਸਤੀ ਨੂੰ ਮਨਫੀ ਕਰਨ ਦਾ ਭਾਵ ਇਹ ਹੈ ਕਿ ਸੰਸਾਰ ਦਾ ਕੋਈ ਫੁਰਨਾ ਬਾਕੀ ਨਾ ਰਹੇ। ਮਨ ਦੇ ਮੂਲ ਸਰੂਪ ਦੇ ਨੇੜੇ ਵੀ ਕੋਈ ਮਨ ਦੇ ਫੁਰਨੇ ਰਹਿ ਸਕਦੇ ਨੇ। ਜਦੋਂ ਗੁਰੂ ਸ਼ਬਦ ਦੀ ਖੁਰਾਕ ਦਾ ਪ੍ਰਬੰਧ ਕਰਾਂਗੇ ਉਦੋਂ ਵੀ ਮਨ ਥੋੜ੍ਹੀ ਬਹੁਤੀ ਚੰਚਲਤਾ ਕਰੇਗਾ, ਅਤੇ ਮਨ ਦੇ ਫੁਰਨਿਆਂ ਨੂੰ ਬਿਲਕੁਲ ਮਨਫੀ ਕਰ ਦਿਓ। ਅਤੇ ਮਨਫੀ ਕਰਨ ਦੇ ਲਈ ਕੀ ਕਰਨਾ ਪਏਗਾ? ਮਨੁੱਖ ਨੂੰ ਬਹੁਤ ਜ਼ਿਆਦਾ ਆਪਣੇ ਆਪ ਦੀ ਗਹਿਰਾਈ ਵਿੱਚ ਉਤਰਨਾ ਪਏਗਾ। ਕਦੇ ਅਸੀਂ ਜੀਵਨ ਦੇ ਵਿੱਚ ਜੇ ਕਦੇ ਆਪ ਜੀ ਇਸ ਤਰ੍ਹਾਂ ਦਾ ਅਭਿਆਸ ਕੀਤਾ ਹੋਵੇ ਤਾਂ ਚੰਗੀ ਗੱਲ ਹੈ। ਕਦੇ ਸਿਮਰਨ ਦਾ ਇੱਕ ਆਂਤਰਿਕ ਅਭਿਆਸ ਹੁੰਦਾ, ਆਂਤਰਿਕ ਦਾ ਭਾਵ ਬੜੇ ਗਹਿਰੇ ਉਤਰਨਾ। ਅਤੇ ਗਹਿਰੇ ਉਤਰਨ ਦੇ ਲਈ ਕੀ, ਸਭ ਤੋਂ ਪਹਿਲਾਂ ਨੇਤਰ ਮੁੰਦ ਕੇ ਬੈਠ ਜਾਓ, ਚੌਂਕੜਾ ਲੱਗਾ ਹੋਵੇ। ਇਸ ਗੱਲ ਦੀ ਵਿਚਾਰ ਕਰੋ ਕਿ ਆਹ ਜਿਹੜੇ ਪ੍ਰਾਣ ਆ ਰਹੇ ਨੇ ਜਿਹਦੇ ਨਾਲ ਦਿਲ ਧੜਕ ਰਿਹਾ ਹੈ, ਇਹਨਾਂ ਪ੍ਰਾਣਾਂ ਕਰਕੇ ਹੀ ਅੱਖ ਦੇਖਣ ਯੋਗ ਹੈ, ਕੰਨ ਸੁਣਨ ਯੋਗ ਹੈ, ਚਮੜੀ ਦੇ ਉੱਪਰ ਕੋਈ ਸਪਰਸ਼ ਕਰਦਾ ਤੁਰੰਤ ਪਤਾ ਲੱਗ ਜਾਂਦਾ ਹੈ। ਇਹ ਸਾਰਾ ਸਰੀਰ ਜਿਹਦੇ ਕਰਕੇ ਚੱਲਣ ਯੋਗ ਹੈ, ਇਹ ਪ੍ਰਾਣ ਕਿੱਥੋਂ ਆ ਰਹੇ ਨੇ? ਪਹਿਲਾਂ ਬੁੱਧੀ ਉੱਤਰ ਦੇਗੀ ਜੇ ਰੁੱਖਾਂ ਤੋਂ ਆ ਰਹੇ ਨੇ। ਫਿਰ ਜਦੋਂ ਬੰਦਾ ਮਰ ਜਾਂਦਾ ਹੈ ਉਦੋਂ ਵੀ ਤਾਂ ਰੁੱਖ ਨੇੜੇ ਤੇੜੇ ਹੁੰਦੇ ਨੇ, ਸ਼ਮਸ਼ਾਨ ਘਾਟ ਦੇ ਵਿੱਚ ਸਗੋਂ ਵੱਧ ਰੁੱਖ ਲੱਗੇ ਹੁੰਦੇ ਨੇ। ਫਿਰ ਬੰਦੇ ਦੇ ਉਦੋਂ ਪ੍ਰਾਣ ਕਿਉਂ ਨਹੀਂ ਚੱਲਦੇ? ਜੇ ਅਸੀਂ, ਜਿਹਨੂੰ ਮੈਂ ਕਿਹਾ ਆਂਤਰਿਕ ਸਿਮਰਨ, ਆਂਤਰਿਕ ਚਿੰਤਨ ਕਰੋ ਕਿ ਕਦੇ ਇਕੱਲੇ ਬੈਠ ਕੇ ਵਿਚਾਰ ਕਰਨਾ ਕਿ ਜਿਹੜੇ ਆ ਪ੍ਰਾਣ, ਇਹਨਾਂ ਕਰਕੇ ਜੀਵਨ ਚੱਲ ਰਿਹਾ ਹੈ। ਪ੍ਰਾਣ ਕਰਕੇ ਹੀ ਅੱਖ ਦੇਖਣ ਯੋਗ ਹੈ। ਜੇ ਪ੍ਰਾਣ ਨਾ ਅੰਦਰ ਹੋਵੇ ਤਾਂ ਅੱਖ ਦੀ ਪੁਤਲੀ ਇੱਕ ਲੋਹੇ ਪੱਥਰ ਜਿਹਦਾ ਟੁਕੜਾ ਬਣ ਕੇ ਰਹਿ ਜਾਏਗੀ, ਮਾਸ ਦਾ ਟੁਕੜਾ ਬਣ ਕੇ ਰਹਿ ਜਾਏਗੀ। ਇਸ ਕਰਕੇ ਇਸੇ ਪ੍ਰਾਣ ਕਰਕੇ ਜੀਵਨ ਚੱਲ ਰਹੇ। ਅਤੇ ਪ੍ਰਾਣ ਕਿੱਥੋਂ ਆ ਰਹੇ ਨੇ? ਬੰਦਾ ਇਹ ਸੋਚੇ। ਇਹਨੂੰ ਆਂਤਰਿਕ ਸਿਮਰਨ ਕਿਹਾ ਜਾਂਦਾ। ਕਹੇਗਾ ਜੀ ਰੁੱਖਾਂ ਤੋਂ ਆ ਰਹੇ, ਰੁੱਖ ਆਕਸੀਜਨ ਪੈਦਾ ਕਰਦੇ ਨੇ। ਸਾਇੰਸ 'ਚ ਪੜ੍ਹਾਈ ਕੀਤੀ ਹੋਈ ਹੈ ਕਿ ਆਕਸੀਜਨ ਮਿਲਦੀ ਹੈ ਤਾਂ ਸਾਹ ਚੱਲਦੇ ਨੇ। ਮਰਨ ਤੋਂ ਬਾਅਦ ਵੀ ਤਾਂ ਆਕਸੀਜਨ ਰਹਿੰਦੀ ਹੈ, ਉਦੋਂ ਕਿਉਂ ਨਹੀਂ ਪ੍ਰਾਣ ਚੱਲਦੇ? ਉਦੋਂ ਇਹ ਰੁੱਖ ਸਾਨੂੰ ਕਿਉਂ ਨਹੀਂ ਧੜਕਾ ਸਕਦੇ? ਉਦੋਂ ਇਹ ਰੁੱਖ ਸਾਡੇ ਅੰਦਰ ਸਾਹ ਕਿਉਂ ਨਹੀਂ ਚਲਾ ਸਕਦੇ ਜਦੋਂ ਅਸੀਂ ਮਰ ਜਾਂਦੇ ਹਾਂ?
फिर अगला नुकता पैदा होएगा, प्राण फिर आ कित्थों रहे ने। फिर कहांगे प्राण मौजूद है धरती दे विच, हवा मौजूद है, पर अंदर एक स्पिरिट जिन्हों असी आत्मा आखदे हां, वो स्पिरिट अंदर वसी हुई है अदृश रूप करके। जदों वो शरीर दे अंदर आ जाती है तो वो प्राण नूं देह दे नाल जोड़ दिंदी है तो देह ਚੱਲਣ ਯੋਗ ਹੋ ਜਾਂਦੀ। ਇਸ ਕਰਕੇ ਉਹਦਾ ਮੂਲ ਸਰੋਤ ਸਪਿਰਿਟ ਹੈ। ਹੁਣ ਉਹ ਸਪਿਰਿਟ ਕਿਵੇਂ ਕਿਵੇਂ ਵਿਚਰ ਰਹੀ ਹੈ, ਉਹਦੇ ਬੜੇ ਤੀਖਣ ਅਨੁਭਵ ਕਮਾਉਣੇ। ਕਦੇ ਦੇਖਣਾ, ਕਦੇ ਦੇਖੋ ਤਾਂ ਸਹੀ ਜੀਵਨ ਦੇ ਵਿੱਚ ਪੈਰ 'ਚ ਕੰਡਾ ਚੁਭਿਆ ਹੋਵੇ, ਕਿੰਨੀ ਮਾਈਕਰੋ ਸੈਕਿੰਡ ਦੀ ਸਪੀਡ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ। ਜੇ ਤਨ ਦੀ ਦੂਰੀ ਮਾਪੀਏ ਤਾਂ 4-5 ਫੁੱਟ ਤਾਂ ਹਰੇਕ ਬੰਦੇ ਦਾ ਕੱਦ ਹੁੰਦਾ ਹੀ ਹੈ। ਇੰਨੇ ਨੁਕਤੇ ਨੂੰ ਸਿੱਧੀ ਲੀਕ ਨਾਲ ਲਵਾਉਣਾ ਹੋਵੇ ਤਾਂ ਕੋਈ 1 ਸੈਕਿੰਡ ਦਾ ਤਾਂ ਘੱਟੋ ਘੱਟ ਸਮਾਂ ਲੱਗੇਗਾ। ਪਰ ਉਹ ਚੇਤਨਾ ਕਿੰਨੀ ਦ੍ਰਿੜ ਹੈ ਕਿ ਪੈਰ ਦੇ ਵਿੱਚ ਕੋਈ ਆਮ ਕੰਡਾ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਆਮ ਥੋੜ੍ਹਾ ਜਿਹਾ ਕੋਈ ਕਿਸੇ ਤਰ੍ਹਾਂ ਦੀ ਢੇਮ ਆਦਿ ਕੀ ਆ ਜਾਵੇ, ਤੁਰੰਤ ਸਾਡੀ ਚੇਤਨਾ ਦੇ ਵਿੱਚ ਪਤਾ ਲੱਗ ਜਾਂਦਾ ਕੋਈ ਚੀਜ਼ ਆਲੇ ਦੁਆਲੇ ਵਾਪਰੀ ਹੈ। ਇਹ ਵੀ ਬਹੁਤ ਹੀ ਦੂਰ ਦੀ ਗੱਲ ਹੈ। ਹਵਾ ਦੀ ਸਪਰਸ਼ ਵੀ ਸਾਨੂੰ ਪਤਾ ਲੱਗਦਾ ਕਿ ਅੱਜ ਗਰਮ ਹਵਾ ਚੱਲ ਰਹੀ, ਅੱਜ ਠੰਡੀ ਹਵਾ ਚੱਲ ਰਹੀ, ਕਿਉਂਕਿ ਉਹ ਚੇਤਨਾ ਕਰਕੇ ਹੈ। ਉਹੀ ਚੇਤਨਾ ਨੂੰ ਆਪਣੇ ਰੋਮ ਰੋਮ ਦੇ ਵਿੱਚੋਂ ਜਦੋਂ ਮਹਿਸੂਸ ਕਰੋਗੇ, ਜਦੋਂ ਬੜਾ ਗਹਿਰਾ ਯਤਨ ਕਰੋਗੇ, ਤਾਂ ਫਿਰ ਇੱਕ ਦਿਨ ਐਸਾ ਆਏਗਾ, ਰੋਜ਼ ਇਹ ਅਭਿਆਸ ਕਰੋਗੇ, ਫਿਰ ਇੱਕ ਦਿਨ ਐਸਾ ਆਏਗਾ ਕਿ ਉਹ ਜਿਹੜੀ ਆਤਮ ਰੂਪ ਸ਼ਕਤ ਵਿਚਰ ਰਹੀ ਹੈ ਸਰੀਰ ਵਿੱਚ, ਜਿਹਦੇ ਕਰਕੇ ਪ੍ਰਾਣ ਚੱਲ ਰਹੇ ਨੇ, ਜਿਹਦੇ ਕਰਕੇ ਸਾਰੀ ਦੇਹ ਚੱਲ ਰਹੀ ਹੈ, ਉਹ ਪ੍ਰਤੱਖ ਸਾਨੂੰ ਆਪਣੇ ਜੀਵਨ ਦੇ ਅੰਦਰ ਸਮੋਈ ਹੋਈ ਨਜ਼ਰ ਆ ਜਾਏਗੀ। ਜਦੋਂ ਨਜ਼ਰ ਆ ਗਈ ਤੇ ਫਿਰ ਕਦੇ ਬੰਦਾ ਦੇਹ ਦੇ ਜੀਵਨ ਦੀ ਮੰਗ ਨਹੀਂ ਕਰੇਗਾ, ਮਨ ਦੇ ਜੀਵਨ ਦੀ ਮੰਗ ਨਹੀਂ ਕਰੇਗਾ, ਸੰਸਾਰ ਦੀ ਮੰਗ ਨਹੀਂ ਕਰੇਗਾ। ਇਹਨੂੰ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਿ ਇੱਥੇ ਜਾ ਕੇ ਕੋਈ ਅਭਿਆਸ ਕਰੇ ਤਾਂ ਉਹਦੀਆਂ ਭੁੱਖਾਂ ਦੂਰ ਹੁੰਦੀਆਂ ਨੇ, ਅਤੇ ਆਪਣੇ ਯਤਨ ਨਾਲ ਥੋੜ੍ਹਾ ਭੁੱਖ ਪੈਂਦਾ। ਅਸੀਂ ਕਈ ਖੁਦ ਵਾਰੀ ਦੇਖਿਆ ਕਿ ਠੀਕ ਹੈ, ਇੱਕ ਪਾਸੇ ਗਿਆਨ ਦਾ ਉਪਦੇਸ਼ ਵੀ ਦ੍ਰਿੜ ਹੈ, ਪਰ ਫਿਰ ਵੀ ਰਸ ਕਸ ਵਿਆਪਦੇ ਨੇ। ਅਕਲ ਦੇ ਪੈਮਾਨਿਆਂ ਨਾਲ ਥੋੜ੍ਹਾ ਜਿਹੜੀ ਭੁੱਖਾਂ ਦੂਰ ਕੀਤੀਆਂ ਜਾ ਸਕਦੀਆਂ ਨੇ, ਚਾਹੇ ਤ੍ਰਿਸ਼ਨਾ ਦੀ ਹੋਵੇ, ਚਾਹੇ ਜ਼ੁਬਾਨ ਦੀ ਹੋਵੇ, ਚਾਹੇ ਕੁਝ ਹੋਰ ਤਰ੍ਹਾਂ ਦੀ ਕਿਉਂ ਨਾ ਹੋਵੇ। ਇਹਦੇ ਲਈ ਤਾਂ ਉਹ ਅਭਿਆਸ ਚਾਹੀਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੀਜਾ ਨੁਕਤਾ ਹੈ ਕਿ ਆਪਣੇ ਮਨ ਨੂੰ ਹੀ ਮਨਫੀ ਕਰ ਦਿਓ। ਅਤੇ ਮਨ ਨੂੰ ਮਨਫੀ ਕਰਨ ਦਾ ਫਿਰ ਪਤਾ ਲੱਗੇਗਾ ਕਿ ਜਦੋਂ ਪ੍ਰਾਣ ਹੀ ਕਿਸੇ ਹੋਰ 'ਤੇ ਆਧਾਰਿਤ ਨੇ, ਤਾਂ ਫਿਰ ਉਹ ਆਤਮਾ ਸਰੂਪ ਦਾ ਜਦੋਂ ਗਿਆਨ ਹੋਏਗਾ, ਫਿਰ ਮਨ ਆਪਣੇ ਆਪ ਮਨਫੀ ਹੋ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ 3 ਨੁਕਤੇ ਪਰਣਾਓ, ਤਾਂ ਅੰਮ੍ਰਿਤ ਰੂਪ ਜਲ ਦੀ ਪ੍ਰਾਪਤੀ ਹੋਏਗੀ। ਵੇਣ ਗੁਰ ਨਿਧ ਜਲ ਨਾਹੇ, ਕਿਤੇ ਹੋਰ ਕੋਈ ਦੂਜਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਹਨ, ਜਨਮ ਮਰੈ ਭਰਮਾਈਐ, ਜੇ ਲੱਖ ਕਰਮ ਕਮਾਹੇ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਨਮ ਮਰੈ ਭਰਮਾਈਐ, ਕਿ ਜਿਹਨੇ ਇਸ ਤ੍ਰਿਸ਼ਨਾ ਨੂੰ ਆਪਣੇ ਜੀਵਨ ਦੇ ਅੰਤਰਗਤ, ਜੀਵਨ ਦੇ ਜਿਉਂਦੇ ਜੀ ਦਗਦ ਨਹੀਂ ਕੀਤਾ। ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਜਨਮ ਮਰੈ ਭਰਮਾਈਐ, ਜਿਹੜਾ ਇਸ ਤ੍ਰਿਸ਼ਨਾ ਨੂੰ ਨਹੀਂ ਬੁਝਾ ਸਕਿਆ। ਹੁਣ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਅੱਗ ਲੱਗਣ ਦੇ ਵਰਤਾਰੇ ਦੇਖਣਾ। ਮੇਰਾ ਇੱਕ ਜਾਣਕਾਰ ਹੈ ਸਾਡਾ, ਜਿਤਨੀਆਂ ਪੰਜਾਬ ਦੇ ਵੱਡੇ ਇੰਡਸਟਰੀਆਂ ਦੇ ਵਿੱਚ ਅੱਗ ਲੱਗਦੀ, ਮੈਂ ਬੜਾ ਸੁਣ ਕੇ ਹੈਰਾਨ ਹੋਇਆ। ਇਹਦੇ ਵਿੱਚੋਂ ਅੱਧੀਆਂ ਆਪ ਲਗਾਈਆਂ ਜਾਂਦੀਆਂ ਨੇ। ਕੋਈ ਇੰਸ਼ੋਰੈਂਸ ਆਦਿਕ ਦੇ ਪੈਸੇ ਲੈਣੇ ਹੁੰਦੇ ਨੇ, ਕਈ ਵਾਰੀ ਕਾਰੋਬਾਰ ਘਾਟੇ 'ਚ ਹੁੰਦਾ ਹੈ, ਅੱਗ ਲਗਾ ਕੇ ਪੈਸੇ ਲੈ ਲਏ ਜਾਂਦੇ ਨੇ। ਫਿਰ ਉਹ ਲਾਉਣ ਦੇ ਬੜੇ ਤਰੀਕੇ ਵੀ ਮੈਂ ਉਹਦੇ ਕੋਲੋਂ ਸਿੱਖੇ, ਕਿਵੇਂ ਲਗਾਉਂਦੇ ਨੇ ਆਪਣੇ ਕਾਰੋਬਾਰ ਨੂੰ ਹੀ ਅੱਗ। ਉਹਦੇ ਵਿੱਚੋਂ ਬੜੀਆਂ ਕਮਾਲ ਦੀਆਂ ਗੱਲਾਂ ਸਮਝਣ ਨੂੰ ਮਿਲੀਆਂ। ਤਾਂ ਉਹਦੇ ਵਿੱਚ ਹੀ ਗੁਰੂ ਸਾਹਿਬ ਜੀ ਕਹਿੰਦੇ ਉਹ ਫਿਰ ਕਿਵੇਂ ਕਰਦੇ ਨੇ ਕਿ ਜਿੱਥੇ ਬਹੁਤ ਵੱਡਾ ਜਿਹੜਾ ਫੈਕਟਰੀ ਆਦਿਕ ਦਾ ਮਾਲ ਪਿਆ ਹੈ, ਉੱਥੇ ਕਿਸੇ ਸਿਗਰਟ ਪੀਣ ਵਾਲੇ ਨੂੰ ਕਹਿੰਦੇ ਨੇ ਸਿਗਰਟ ਛੁੱਟ ਆਈ, ਤਾਂ ਕਿ ਕੋਈ ਸੰਭਾਵਨਾ ਨਾ ਬਾਅਦ ਬਚੇ ਕਿ ਅੱਗ ਆਪ ਲਗਾਈ ਹੈ, ਸੰਦੇਹ ਰਵੇ ਪੂਰੇ ਦਾ ਪੂਰਾ। ਜਨਮ ਮਰੈ ਭਰਮਾਈਐ, ਜਿਵੇਂ ਆਮ ਕਰਕੇ ਕਦੀ ਆਮ ਅੱਗਾਂ ਲੱਗੀਆਂ, ਉਹ ਵੀ ਇਸੇ ਕਰਕੇ ਕਦੇ ਕਿਸੇ ਬੰਦੇ ਨੇ ਅੱਗ ਦਾ ਕੋਈ ਅੰਸ਼ ਸੁੱਟ ਦਿੱਤਾ। ਇੱਕ ਅੱਗ ਦਾ ਬਚਿਆ ਹੋਇਆ ਅੰਸ਼ ਇੱਕ ਕਿਸਾਨ ਦੀ ਪੂਰੀ ਫਸਲ ਸਾੜ ਦਿੰਦਾ, ਅਤੇ ਤ੍ਰਿਸ਼ਨਾ ਦਾ ਬਚਿਆ ਹੋਇਆ ਇੱਕ ਅੰਸ਼ ਜੀਵਨ ਦੇ ਵਿੱਚ ਆਵਾਗਮਨ ਦੀ ਭਟਕਣ ਭਲਾ ਕਿਉਂ ਨਹੀਂ ਕਰਵਾਏਗਾ। ਇੱਕ ਅੱਗ ਦਾ ਛੁੱਟਿਆ ਹੋਇਆ ਅੰਸ਼ ਕਿਸੇ ਨਸ਼ਈ ਬੰਦੇ ਦਾ, ਜਿਹੜਾ ਸਿਗਰਟ ਪਾਨ ਆਦਿ ਕਰਦਾ, ਤੰਬਾਕੂ ਨੋਸ਼ੀ ਕਰਦਾ, ਉਹਦੇ ਦੁਆਰਾ ਅੱਧ ਵਰਤੋਂ ਵਾਲਾ ਅੱਗ ਦਾ ਅੰਸ਼ ਕਿਸੇ ਕਿਸਾਨ ਦੀ ਫਸਲ ਵਿੱਚ, ਪੱਕੀ ਫਸਲ ਵਿੱਚ ਸੁੱਟ ਦੇਵੇ ਅਤੇ ਸਾਰੀ ਫਸਲ ਸੜ ਜਾਂਦੀ ਹੈ। ਸਾਡੇ ਜੀਵਨ ਦੇ ਵਿੱਚ ਮਰਨ ਸਮੇਂ ਤ੍ਰਿਸ਼ਨਾ ਭਰੀ ਰਹੇ ਕਿ ਮੈਂ ਪੜਪੋਤਰੇ ਦਾ ਮੂੰਹ ਦੇਖ ਕੇ ਕਿਉਂ ਨਹੀਂ ਜਗਤ 'ਚੋਂ ਗਿਆ,
ਮੈਂ ਆਪਣੀ ਕੋਠੀ ਪੂਰੀ ਬਣਦੀ ਕਿਉਂ ਨਹੀਂ ਦੇਖ ਕੇ ਗਿਆ, ਮੇਰੇ ਆਪਣੇ ਪੁੱਤਰ ਨੂੰ ਜਿਹੜਾ ਅੱਗੇ ਉਹ ਪ੍ਰਮੋਸ਼ਨ ਕਰ ਰਿਹਾ ਸੀ ਵੱਡੇ ਅਹੁਦੇ 'ਤੇ ਕਿਉਂ ਨਹੀਂ ਗਿਆ, ਮੇਰੀ ਉਮਰ 95 ਸਾਲ ਹੀ ਕੋ ਰਹਿ ਗਈ, 100 ਕਿਉਂ ਨਹੀਂ ਹੋਈ। ਇੰਨੇ ਤਰ੍ਹਾਂ ਦੀਆਂ ਤ੍ਰਿਸ਼ਨਾਵਾਂ ਵਿੱਚ ਮਰਨ ਵਾਲਾ ਬੰਦਾ ਆਵਾਗਮਨ ਦੇ ਸੰਕਟ ਤੋਂ ਕਿਵੇਂ ਮੁਕਤ ਹੋ ਸਕੇਗਾ। ਇੱਕ ਨਸ਼ਈ ਬੰਦੇ ਦੀ ਸਿਗਰਟ ਦਾ ਇੱਕ ਜਲਦਾ ਹੋਇਆ ਅੰਸ਼ ਕਿਸਾਨ ਦੀ ਸਾਰੀ ਫਸਲ ਨੂੰ ਸਾੜ ਦਿੰਦਾ ਹੈ, ਅਤੇ ਸਾਡੇ ਅੰਦਰ ਇੰਨੇ ਤਰ੍ਹਾਂ ਦੀ ਬਣੀ ਹੋਈ ਤ੍ਰਿਸ਼ਨਾ ਸਾਡੇ ਜੀਵਨ ਦੇ ਅੰਤਮ ਪਲਾਂ ਦੇ ਵਿੱਚ ਵੀ ਜਿਹੜੀ ਬਣੀ ਰਹਿਣੀ ਹੈ, ਸਾਨੂੰ ਇਸ ਸੰਸਾਰ ਤੋਂ ਕਿਵੇਂ ਮੁਕਤ ਕਰ ਦੇਗੀ। ਇਸ ਕਰਕੇ ਸੰਸਾਰੀ ਹੋ ਕੇ ਮਰਾਂਗੇ, ਆਵਾਗਮਨ ਵਿੱਚ ਰਹਾਂਗੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਜਨਮ ਮਰੈ ਪਰਮਾਈਐ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਬਾਰ-ਬਾਰ ਜਿਹੜਾ ਦਗਦ ਹੋਣਾ ਪੈਂਦਾ ਹੈ, ਬਾਰ-ਬਾਰ ਜੀਵ ਖੁਆਰ ਹੁੰਦੇ ਹਨ। ਭਰਤਰੀ ਹਰੀ ਨੇ ਬੜਾ ਕਮਾਲ ਦਾ ਸ਼ਲੋਕ ਕਿਹਾ, ਉਹਦਾ ਇੱਕ ਨੀਤੀ ਸ਼ਤਕ ਹੈ, ਉਹਨੂੰ ਵੈਰਾਗ ਸ਼ਤਕ, ਉਹਦੇ ਵਿੱਚ ਉਹਨੇ ਬੜਾ ਕਮਾਲ ਦਾ ਸ਼ਲੋਕ ਕਿਹਾ। ਭਰਤਰੀ ਹਰੀ ਨੂੰ ਕਿਸੇ ਨੇ ਸਵਾਲ ਕੀਤਾ, ਭਰਤਰੀ ਹਰੀ ਬਹੁਤ ਵੱਡਾ ਰਾਜਾ ਸੀ, ਰਾਜ ਭਾਗ ਛੱਡ ਕੇ ਫਕੀਰ ਹੋ ਗਿਆ ਸੀ। ਜਦੋਂ ਕਾਫੀ ਸਮਾਂ ਫਕੀਰ ਹੋਏ ਨੂੰ ਹੋ ਗਿਆ, ਕਿਸੇ ਨੇ ਪ੍ਰਸ਼ਨ ਕੀਤਾ ਭਰਤਰੀ ਹਰੀ ਕਿ ਰਾਜ ਦੇ ਵਿੱਚ ਤਾਂ ਲੋਕੀ ਸੁੱਖ ਭਾਲਦੇ ਨੇ, ਤੂੰ ਫਕੀਰੀ ਵਿੱਚ ਸੁੱਖ ਭਾਲਿਆ, ਕੀ ਹੁਣ ਫਕੀਰੀ ਵਿੱਚ ਸੁੱਖ ਹੈ? ਕਹਿਣ ਲੱਗਾ ਨਹੀਂ, ਇਹਦੇ 'ਚ ਵੀ ਸੁੱਖ ਨਹੀਂ ਹੈ। ਕਹਿਣ ਲੱਗਾ ਕਿਉਂ, ਫਕੀਰੀ 'ਚ ਸੁੱਖ ਹੈ ਕਿ ਪਹਿਲਾਂ ਤਾਂ ਚਲੋ ਟੈਨਸ਼ਨ ਹੁੰਦੀ ਹੈ ਕਿ ਹਜ਼ਾਰਾਂ ਬੰਦੇ ਸੈਨਿਕ ਥੱਲੇ ਨੇ, ਕੋਈ ਉਥਲ ਪੁਥਲ ਨਾ ਹੋ ਜਾਵੇ, ਜਿਹੜਾ ਰਾਜ ਬਣਾਇਆ ਇਹਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਜਦੋਂ ਸਾਰਾ ਕੁਝ ਹੀ ਛੱਡ ਦਿੱਤਾ, ਹੁਣ ਕਾਹਦੀ ਟੈਨਸ਼ਨ। ਤਾਂ ਭਰਤਰੀ ਹਰੀ ਨੇ ਬੜਾ ਕਮਾਲ ਦਾ ਜਵਾਬ ਦਿੱਤਾ। ਕਹਿਣ ਲੱਗਾ ਉਹ ਕਰਨਾ ਸੌਖਾ ਸੀ। ਕਹਿੰਦਾ ਹੁਣ ਜਿਹੜੀ ਤ੍ਰਿਸ਼ਨਾ ਦਾ ਦੁੱਖ ਬਣਿਆ ਹੋਇਆ ਹੈ, ਕਹਿੰਦਾ ਪਦਾਰਥ ਦੀ ਤ੍ਰਿਸ਼ਨਾ ਛੱਡ ਦਿੱਤੀ, ਪਦਾਰਥ ਦੀ ਪ੍ਰਤਿਭਾ ਪ੍ਰਸਿੱਧੀ ਵੀ ਛੱਡ ਦਿੱਤੀ, ਹੁਣ ਅੰਦਰ ਇੱਕ ਜਿਹੜੀ ਮੁਕਤੀ ਬਣੀ ਹੋਈ ਹੈ ਕਿ ਉਹ ਪਦਾਰਥ ਛੱਡਣ ਤੋਂ ਬਾਅਦ ਅੰਦਰੋਂ ਉਹਨਾਂ ਦੇ ਖਿਆਲ ਨਹੀਂ ਜਾਂਦੇ। ਇਹ ਬੜਾ ਵੱਡਾ ਦੁੱਖ ਹੈ। ਜਿਵੇਂ ਕੱਲ੍ਹ ਵੀ ਮੁੱਖ ਵਾਕ ਦੇ ਵਿੱਚ ਜ਼ਿਕਰ ਆਇਆ ਸੀ, ਭਗਤ ਇਹ ਬਾਢੀ ਆਬੇ ਕਾਂਸਿਓ ਕਹੀਐ, ਜਾ ਕਾਰਨ ਹਮ ਤੁਮ ਆਰਾਧੇ ਸੋ ਦੁੱਖ ਅਜਹੂ ਸਹੀ ਹੈ। ਪਹਿਲੇ ਦਿਨ ਤਾਂ ਰੱਬ ਦਾ ਮਾਰਗ ਚੰਗਾ ਹੀ ਲੱਗਦਾ ਕਿ ਚਲੋ ਵਾਕਿਆ ਦੁਨੀਆ ਤੋਂ ਚੇਤਾ ਹਟ ਜਾਏਗਾ, ਕਿਤੇ ਮਾਲਕ ਦੀ ਕਿਰਪਾ ਨਾਲ ਥੋੜ੍ਹੇ ਕਦਮ ਅੱਗੇ ਵੱਧ ਜਾਣ ਤਾਂ ਫਿਰ ਇੰਨਾ ਭਿਆਨਕ ਲੱਗਦਾ, ਇੰਨਾ ਦੁੱਖਦਾਈ ਲੱਗਦਾ ਹੈ ਕਿ ਫਿਰ ਬੰਦਾ ਦੁੱਖ ਦੇ ਨਾਲ ਹੀ ਚੱਲਦਾ ਹੈ। ਪਹਿਲਾਂ ਤਾਂ ਸ਼ੁਰੂ 'ਚ ਜੇ ਸਵਾਦ ਆਉਂਦਾ ਕਿ ਹਾਂ ਮਨ ਬੜਾ ਟਿਕ ਰਿਹਾ ਹੈ, ਜਦੋਂ ਮਨ ਪੂਰੀ ਤਰ੍ਹਾਂ ਟਿਕ ਜਾਂਦਾ ਫਿਰ ਇਹ ਦੁੱਖਦਾਈ ਵੀ ਬੜਾ ਲੱਗਦਾ। ਬੰਦੇ ਦੇ ਅੰਦਰ ਭਿਆਨਕ ਕਿਸਮ ਦੇ ਇਕੱਲਾਪਣ ਵਾਪਰਦਾ ਹੈ। ਫਿਰ ਉਹਦੇ ਬੋਲ ਵੀ ਦੂਜੇ ਨੂੰ ਸਮਝ ਨਹੀਂ ਆਉਂਦੇ, ਉਹਦੇ ਚਿਹਰੇ ਦੇ ਹਾਵ ਭਾਵ ਵੀ ਬੰਦੇ ਨੂੰ ਸਮਝ ਨਹੀਂ ਆਉਂਦੇ, ਦੁਨੀਆ ਉਹਦੇ ਹੋਰ ਹੀ ਅਰਥ ਕੱਢੀ ਜਾਂਦੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਉਹਨਾਂ ਦੇ ਅੰਦਰ ਇਹ ਧੁਨ ਲੱਗੀ ਹੋਈ ਹੈ ਕਿ ਮੇਰਾ ਸਾਰਾ ਜੀਵਨ ਮਾਲਕ ਨਾਲ ਕਿਵੇਂ ਜੁੜ ਜਾਵੇ, ਪਰਮ ਸਰੂਪ ਨਾਲ ਕਿਵੇਂ ਜੁੜ ਜਾਵੇ। ਮਾਂ ਨੂੰ ਟੈਨਸ਼ਨ ਇਹ ਲੱਗੀ ਹੋਈ ਕਿ 20 ਦਿਨ ਹੋ ਗਏ ਰੋਟੀ ਨਹੀਂ ਖਾਧੀ, ਪਿਓ ਨੂੰ ਇਹ ਲੱਗੀ ਹੋਈ, ਪਿਤਾ ਨੂੰ ਇਹ ਲੱਗੀ ਹੋਈ ਹੈ, ਮਹਿਤਾ ਕਲਿਆਣ ਦਾਸ ਨੂੰ, ਕਿ ਜੇ ਇੰਜ ਦਾ ਸੁਭਾਅ ਰਿਹਾ ਤਾਂ ਮੇਰੇ ਪਟਵਾਰੀ ਦਾ ਕੰਮ ਕੌਣ ਸਾਂਭੇਗਾ। ਬੰਦੇ ਨੂੰ ਦੋਹਰੇ ਸੰਕਟ ਪੈਂਦੇ ਹਨ। ਇਸ ਕਰਕੇ ਗੁਰੂ ਕੱਲ੍ਹ ਵੀ ਜ਼ਿਕਰ ਆਇਆ ਸੀ ਭਗਤ ਰਵਿਦਾਸ ਸਾਹਿਬ ਜੀ ਕਿ ਜਾ ਕਾਰਨ ਕਿ ਤੈਨੂੰ ਆਰਾਧ ਕੇ ਮਾਲਕ ਸੁੱਖ ਥੋੜ੍ਹਾ ਪਾਇਆ, ਇੱਕ ਨਵੇਂ ਜੱਬ ਦੇ ਵਿੱਚ ਫੇਰ ਫਸੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਨਮ ਮਰੈ ਪਰਮਾਈਐ, ਜੇ ਲੱਖ ਕਰਮ ਕਮਾਹੇ, ਭਾਵੇਂ ਲੱਖਾਂ ਕਰਮ ਕਰ ਲਵੇ, ਤ੍ਰਿਸ਼ਨਾ ਦੀ ਅਗਨ ਤੋਂ ਇੰਜ ਛੁਟਕਾਰਾ ਨਹੀਂ ਹੋਣ ਲੱਗਾ। ਇਸ ਕਰਕੇ ਗੁਰੂ ਜਾਂ ਅੰਮ੍ਰਿਤ ਜਲ ਦੀ ਪ੍ਰਾਪਤੀ ਕਰਨੀ ਪਵੇਗੀ। ਬੜੇ ਐਸੇ ਦੇਖੇ ਨੇ ਜਿਹੜੇ ਕਹਿੰਦੇ ਛੁੱਟ ਜਾਵਾਂਗੇ, ਨਹੀਂ ਛੁੱਟਿਆ ਜਾ ਸਕਿਆ। ਫਿਰ ਹਾਲਤ ਵੀ ਐਸੀ ਹੋਈ, ਦਫ਼ਤਰ ਦੇ ਵਿੱਚ ਹੀ ਮੌਤ ਹੋ ਗਈ, ਘਰ ਆਉਣ ਦਾ ਵੀ ਮੌਕਾ ਨਹੀਂ ਮਿਲਿਆ ਕਿ ਘਰ ਦੇ ਆ ਕੇ ਆਰਾਮ ਨਾਲ ਮ੍ਰਿਤੂ ਨੂੰ ਪਿਆਰਾ ਹੋ ਸਕਾ, ਦਫ਼ਤਰ ਦੇ ਵਿੱਚ ਹੀ ਮ੍ਰਿਤੂ ਕਾਲ ਹੋ ਗਿਆ। ਇਸ ਕਰਕੇ ਬਾਣੀ ਦੇ ਵਿੱਚ ਇੱਕ ਜਗ੍ਹਾ ਵਾਕ ਆਉਂਦੇ ਨੇ ਮਲਾਰ ਕੀ ਵਾਰ ਦੇ ਅੰਤਰਗਤ, ਮੱਖੀ ਮਿੱਠਾ ਮਰਨਾ। ਕਦੇ ਹੁਣ ਤਾਂ ਚਲੋ ਸਿਸਟਮ ਬੜੇ ਬਦਲ ਗਏ ਨੇ। ਪਹਿਲੇ ਸਮਿਆਂ ਦੇ ਵਿੱਚ ਜਿਹੜਾ ਕੋਈ ਗੁੜ ਆਦਿਕ ਹੁੰਦਾ ਸੀ ਨਾ, ਉਹ ਖੁੱਲ੍ਹਾ ਹੀ ਰੱਖਿਆ ਹੁੰਦਾ ਸੀ ਦੁਕਾਨਦਾਰਾਂ ਨੇ, ਮੈਂ ਦੇਖਿਆ ਹੋਇਆ ਗਊ ਦੇ ਨਾਲ। ਤਾਂ ਉਹ ਤੋਂ ਬਾਹਰੋਂ ਹਵਾ ਪੈਣ ਕਰਕੇ ਉਹਦਾ ਉੱਪਰਲਾ ਕੁਝ ਹਿੱਸਾ ਨਾ ਪਿਘਲ ਜਾਂਦਾ ਸੀ ਜਾਂ ਤਰਲ ਹੋ ਜਾਂਦਾ ਸੀ। ਅਤੇ ਮੱਖੀ ਜਿਹੜੀ ਸੀ ਕਈ ਵਾਰੀ ਸਵਾਦ ਲੈਣ ਦੇ ਲਈ ਉਹਦੇ ਉੱਪਰ ਆਪਣੇ ਖੰਭ ਜੇ ਪੰਖ ਜੇ ਮੰਡਰਾਉਂਦੀ ਰਹਿੰਦੀ ਸੀ, ਅਤੇ ਪਤਾ ਨਹੀਂ ਸੀ ਇਹ ਪਿਘਲ, ਕਈ ਵਾਰੀ ਉਹ ਪਿਘਲੇ ਹੋਣ ਕਰਕੇ ਉਹਦੇ ਉਹ ਫਸ ਜਾਂਦੀਆਂ ਸੀ ਨਿੱਕੀਆਂ ਨਿੱਕੀਆਂ ਲੱਤਾਂ ਦੀਆਂ, ਫਿਰ ਉਹਦੇ ਵਿੱਚ ਹੀ ਮਰ ਜਾਂਦੀ ਸੀ। ਬੰਦਾ ਸੋਚਦਾ ਮੈਂ ਪਦਾਰਥਾਂ ਦੇ ਸਵਾਦ ਲੈ ਰਿਹਾ, ਬਸ ਥੋੜ੍ਹਾ ਜਿਹਾ ਸੁੱਖ ਕੱਲ੍ਹ ਪਰਸੋਂ ਤੱਕ 5-7 ਸਾਲ ਤੱਕ ਛੱਡ ਦਿਆਂਗਾ, ਪਰ ਨਹੀਂ ਛੱਡੇ ਜਾਂਦੇ। ਗੁਰੂ ਸਾਹਿਬ ਜੀ ਕਹਿੰਦੇ ਜੇ ਲੱਖ ਕਰਮ ਕਮਾਹੇ, ਭਾਵੇਂ ਕਿੰਨੇ ਤਰ੍ਹਾਂ ਦੇ ਕਰਮ ਬਾਰੀ ਤੌਰ 'ਤੇ ਕਿਉਂ ਨਾ ਕਰ ਲਵੇ, ਤ੍ਰਿਸ਼ਨਾ ਬੁਝਣੀ 3 ਤਰੀਕਿਆਂ ਦੇ ਨਾਲ ਹੀ ਹੈ। ਇਹ ਨਹੀਂ ਕਿ ਇਹਨੂੰ ਵਿਥਾਰ ਕਰਨ ਦੇ ਨਾਲ ਬੁਝ ਜਾਣੀ ਹੈ,
ਇਸ ਕਰਕੇ ਗੁਰੂ ਸਾਹਿਬ ਦੀ ਜ਼ਿਕਰ ਕਰਦਿਆਂ ਜਿਹੜੇ ਪਹਿਲਾਂ 3 ਨੁਕਤੇ ਦ੍ਰਿੜ ਕਰਾਏ ਹਨ। ਜਨਮ ਮਰੈ ਭਰਮਾਈਐ, ਜੇ ਤ੍ਰਿਸ਼ਨਾ ਦੀ ਅਗਨ ਦੇ ਨਾਲ ਮਰੇਗਾ ਭਰਮਾਈਐ ਫਿਰ ਭਰਮਦਾ ਰਹੇਗਾ। ਜੇ ਲੱਖ ਕਰਮ ਕਪਾਏ ਕਮਾਏ, ਭਾਵੇਂ ਕਿੰਨੇ ਕਰਮ ਕਿਉਂ ਨਾ ਕਰ ਲਏ। ਇਸ ਕਰਕੇ ਬਾਣੀ 'ਚ ਇੱਕ ਵਾਕ ਆਉਂਦਾ, ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋ। ਕਿ ਫਸਣ ਦਾ ਢੰਗ ਸਾਰਿਆਂ ਨੂੰ ਆਉਂਦਾ ਹੈ, ਪਦਾਰਥਾਂ ਦੇ ਮੋਹ ਵਿੱਚ ਕਿਵੇਂ ਫਸਣਾ ਸਾਰਿਆਂ ਨੂੰ ਪਤਾ। ਕਹਿੰਦੇ ਛੂਟਨ ਕੀ ਇੱਕ ਕੋ, ਛੁੱਟਣ ਦਾ ਢੰਗ ਕਿਸੇ ਵਿਰਲੇ ਨੂੰ ਆਉਂਦਾ ਹੈ, ਅਤੇ ਉਹਨੂੰ ਹੀ ਆਏਗਾ ਜਿਹੜਾ ਗੁਰੂ ਸ਼ਰਨ ਵਿੱਚ ਆਏਗਾ। ਉਂਝ ਕਿਹੜਾ ਬੰਦੇ ਨੂੰ ਦੁਨੀਆਦਾਰੀ ਤਾਂ ਕਦੇ ਵੀ ਛੁੱਟਦੀ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ, ਜੰਮ ਜਾ ਗਾਤ ਨ ਲੱਗਈ, ਜੇ ਚੱਲੈ ਸਤਿਗੁਰ ਪਾਏ। ਕਿ ਜੇ ਸਤਿਗੁਰੂ ਦੇ ਭੈ ਵਿੱਚ ਚੱਲੇ, ਸਤਿਗੁਰੂ ਦੇ ਪਿਆਰ ਵਿੱਚ ਮਨੁੱਖ ਚੱਲੇ, ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਜੰਮ ਜਾ ਗਾਤ ਨ ਲੱਗਈ। ਇਹ ਤਾਂ ਹੋ ਸਕਦਾ ਕਿ ਸਤਿਗੁਰੂ ਦੇ ਭੈ ਵਿੱਚ ਚੱਲਣ ਨਾਲ ਥੋੜ੍ਹਾ ਦੁਨੀਆਦਾਰੀ ਨਾਰਾਜ਼ ਹੋ ਜਾਏ, ਪਰ ਜੰਮਾਂ ਦਾ ਡਰ ਨਹੀਂ ਵਧੇਗਾ। ਕਿਉਂਕਿ ਦੁਨੀਆਦਾਰੀ ਵਿੱਚ ਅਧਿਕ ਖਚਿਤ ਹੋਣਾ ਹੀ ਤ੍ਰਿਸ਼ਨਾ ਨੂੰ, ਵਾਸਨਾ ਨੂੰ ਜਨਮ ਦਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ, ਜੰਮ ਜਾ ਗਾਤ। ਜਾਂ ਗਾਤ ਦਾ ਅਰਥ ਹੁੰਦਾ ਮਸੂਲੀਆ, ਭਾਵ ਕਿ ਟੈਕਸ ਲੈ ਲਓ ਜਾਂ ਸਖਤ ਕਿਸਮ ਦੀ ਅਗੁਰਾਈ ਕਹਿ ਲਓ, ਜਿਹੜੀ ਜ਼ਬਰਲੀ ਵਜੂਲੀ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜੇ ਸਤਿਗੁਰੂ ਦੇ ਪਿਆਰ ਵਿੱਚ ਚੱਲੇ, ਜੇ ਸਤਿਗੁਰੂ ਦੇ ਪਿਆਰ ਵਿੱਚ ਚੱਲੇਗਾ ਤਾਂ ਜੰਮ ਦਾ ਟੈਕਸ ਕਿਉਂ ਨਹੀਂ ਲੱਗਿਆ। ਕਾਰਨ ਕੀ ਹੈ? ਜਿਹੜਾ ਬੰਦਾ ਸਤਿਗੁਰੂ ਦੇ ਪਿਆਰ ਵਿੱਚ ਹੁੰਦਾ, 2 ਵੇਲੇ ਦੇ ਸਤਸੰਗਤ ਕਰਨ ਨੂੰ ਸਮਾਂ ਦੇ ਲੈਂਦਾ। ਆਪਣੀ ਦੇਹ ਨੂੰ ਸਫਲ ਕਰਨ ਦੇ ਲਈ ਸੇਵਾ ਦੇ ਸ਼ੁਭ ਕਰਮ ਦੇ ਵਿੱਚ ਥੋੜ੍ਹੇ ਬਹੁਤੇ ਪਲ ਗੁਜ਼ਾਰ ਲੈਂਦਾ। ਆਪਣੇ ਜੀਵਨ ਨੂੰ ਪਵਿੱਤਰ ਰੱਖਣ ਦੇ ਲਈ ਗੁਰਮੁਖਾਂ ਦੀ ਸੰਗਤ ਦੇ ਵਿੱਚ 2 ਘੜੀਆਂ ਬੈਠਣਾ ਪਸੰਦ ਕਰਦਾ ਹੈ। ਜਿਹੜਾ ਸਤਿਗੁਰੂ ਦੇ ਪਿਆਰ ਵਿੱਚ ਹੁੰਦਾ, ਸਤਿਗੁਰੂ ਦੇ ਭੈ ਵਿੱਚ ਹੁੰਦਾ ਹੈ। ਜਿਹੜਾ ਸਤਿਗੁਰੂ ਦੇ ਭੈ ਵਿੱਚ ਨਹੀਂ ਹੈ, ਉਹਨੇ ਤਾਂ 1 ਦਿਨ ਮਸਾਂ ਮਿੱਥਿਆ ਹੋਇਆ ਮਹੀਨੇ ਦੇ ਵਿੱਚ। ਜਿਹੜਾ ਪਿਆਰ ਦੇ ਵਿੱਚ ਹੈ, ਉਹ ਰੋਜ਼ਾਨਾ ਆਉਂਦਾ, ਔਰ 2 ਸਮੇਂ ਵਧੇਕ ਸਮਾਂ ਵੀ ਆ ਸਕਦਾ ਹੈ। ਫਿਰ ਉਹ ਹਰ ਵੇਲੇ ਆਪਣੇ ਮਨ ਨੂੰ, ਆਪਣੇ ਜੀਵਨ ਨੂੰ ਗੁਰੂ ਸ਼ਬਦ ਦੇ ਨੇੜੇ ਰੱਖਣ ਦਾ ਯਤਨ ਕਰਦਾ ਹੈ ਕਿ ਨਹੀਂ, ਅਸੀਂ ਦੁਨੀਆਦਾਰੀ ਦੀ ਬਹੁਤੀ ਪਰਵਾਹ ਨਹੀਂ ਕਰਨੀ, ਸਾਡੇ ਗੁਰੂ ਦਾ ਕਿਹਾ ਕੀ ਇਹ ਸਾਡੇ ਲਈ ਸਰਵਉੱਚ ਹੈ। ਫਿਰ ਗੁਰਮੁਖਾਂ ਦੀ ਸੋਭਤ ਕਰਦਾ ਹੈ, ਨਾਮ ਕੀਰਤਨ ਰੰਗ ਵਧੇਰੇ ਮਾਣਦਾ ਹੈ। ਅਤੇ ਜਦੋਂ ਇਸ ਤਰ੍ਹਾਂ ਦਾ ਜੀਵਨ ਅਖਤਿਆਰ ਕਰਨ ਪੈਂਦਾ, ਫਿਰ ਵਿਕਾਰਾਂ ਦੇ ਪ੍ਰਭਾਵ ਉਹਦੇ ਜੀਵਨ ਤੋਂ ਕਿਤੇ ਪਰਾਂ ਰਹਿ ਜਾਂਦੇ ਨੇ। ਨਾਨਕ ਨਿਰਮਲ ਅਮਰ ਪਦ, ਗੁਰ ਹਰ ਮੇਲੇ ਮਿਲਾਏ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਨਾਨਕ ਨਿਰਮਲ ਅਮਰ ਪਦ, ਕਿ ਜਿਨ੍ਹਾਂ ਦੇ ਅੰਦਰੋਂ ਤ੍ਰਿਸ਼ਨਾ ਦਗਦ ਖਤਮ ਹੋ ਜਾਵੇ, ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ। ਨਿਰਮਲ ਦਾ ਭਾਵ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਕੋਈ ਮੈਲ ਨਹੀਂ ਰਹਿੰਦੀ। ਤ੍ਰਿਸ਼ਨਾ ਦੇ ਨਾਲ ਇੱਕ ਪਾਸੇ ਹਸਤੀ ਸੰਪੂਰਨ ਹੋ ਜਾਂਦੀ, ਪਰ ਮੈਲ ਵੀ ਨਾਲ ਲੱਗਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਅਮਰ ਪਦ, ਜੀਵਨ ਦੇ ਜਿਹੜੇ ਬਾਹਰੀ ਜਗਤ ਦੇ ਜਿੰਨੀਆਂ ਪਦਵੀਆਂ ਹਨ, ਇਹ ਤਾਂ ਸਾਰੀਆਂ ਸਮਾਂ ਪਾ ਕੇ ਨਾਸ ਹੋ ਜਾਣਗੀਆਂ, ਇੱਥੋਂ ਤੱਕ ਕਿ ਪੱਕੇ ਤੌਰ 'ਤੇ ਮਿਟ ਵੀ ਜਾਣਗੀਆਂ। ਪਰ ਜਿਹੜੇ ਗੁਰਸਿੱਖ ਨੇ ਅੰਮ੍ਰਿਤ ਜਲ ਆਪਣੇ ਜੀਵਨ ਅੰਦਰ ਸੰਚ ਕੇ ਤ੍ਰਿਸ਼ਨਾ ਨੂੰ ਖਤਮ ਕੀਤਾ ਹੈ, ਗੁਰੂ ਸ਼ਬਦ ਦੇ ਭੈ ਨੂੰ, ਸਨੇਹੋ ਨੂੰ, ਨੇਹੋ ਨੂੰ ਆਪਣੇ ਜੀਵਨ ਵਿੱਚ ਕਮਾਇਆ ਹੈ, ਗੁਰੂ ਸਾਹਿਬ ਜੀ ਕਹਿੰਦੇ ਨਾਨਕ ਨਿਰਮਲ ਅਮਰ ਪਦ। ਫਿਰ ਸਤਿਗੁਰੂ ਉਹਨੂੰ ਹਰੀ ਦੇ ਨਾਲ ਮਿਲਾ ਦਿੰਦਾ ਹੈ। ਗੁਰ ਹਰ ਮੇਲੇ ਮਿਲਾਏ, ਕਿ ਪਹਿਲਾਂ ਗੁਰੂ ਨਾਲ ਮਿਲਾਪ ਹੁੰਦਾ ਹੈ, ਫਿਰ ਗੁਰੂ ਸੰਪੂਰਨ ਹਰੀ ਦੇ ਨਾਲ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਨ ਕਰਵਾ ਦਿੰਦਾ ਹੈ। ਅਤੇ ਫਿਰ ਜੀਵ ਉਸ ਜੀਵਨ ਦੀ ਪਦਵੀ ਨੂੰ ਪਾ ਕੇ ਪੱਕੇ ਤੌਰ 'ਤੇ ਨਿਰਮਲ ਹੋ ਜਾਂਦਾ ਹੈ। ਉਹਦਾ ਜੀਵਨ ਅੰਮ੍ਰਿਤਾ ਦੇ ਵਿੱਚ ਢਲ ਜਾਂਦਾ ਹੈ, ਕਿਉਂਕਿ ਵਾਸਨਾ ਕਰਕੇ ਦੁਬਾਰਾ ਜੰਮਣਾ ਪੈਂਦਾ ਹੈ। ਪਰ ਜੇ ਵਾਸਨਾ ਨਾ ਰਹੇ ਤਾਂ ਅਮਰ ਪਦ ਮਿਲਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਗੁਰ ਹਰ ਮੇਲੇ ਮਿਲਾਏ, ਜਿਨ੍ਹਾਂ ਦੇ ਉੱਪਰ ਸਤਿਗੁਰੂ ਤਰਸ ਕਰ ਦੇਣ, ਉਹਨਾਂ ਨੂੰ ਅਮਰ ਪਦ ਨਸੀਬ ਹੁੰਦਾ ਹੈ। ਇਸ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਤ੍ਰਿਸ਼ਨਾ ਦੀ ਅਗਨ ਜੀਵਨ ਦੇ ਵਿੱਚ ਬਲਦੀ ਹੈ, ਪਰ ਇਹ ਗੁਰੂ ਦੇ ਅੰਮ੍ਰਿਤ ਜਲ ਦੇ ਨਾਲ ਹੀ ਬੁਝ ਸਕਦੀ ਹੈ। ਅਤੇ ਅੰਮ੍ਰਿਤ ਜਲ ਸੰਚਣ ਨੂੰ ਢੰਗ ਕੀ ਹਨ? ਕਿ ਮਨ ਦੇ ਮੂਲ ਸਰੂਪ ਦੇ ਨੇੜੇ ਰਹੋ, ਮਨ ਨੂੰ ਅੰਮ੍ਰਿਤਮਈ ਸ਼ਬਦ ਦੀ ਖੁਰਾਕ ਦਿਓ, ਅਤੇ ਆਂਤਰਿਕ ਸਿਮਰਨ ਦੇ ਅਭਿਆਸ ਨਾਲ ਮਨ ਦੀ ਹਸਤੀ ਨੂੰ ਮਨਫੀ ਕਰ ਦਿਓ। ਇਸੇ ਤਰ੍ਹਾਂ ਫਿਰ ਗੁਰੂ ਦੇ ਸਨੇਹੋਂ ਵਿੱਚ ਚੱਲ ਕੇ ਸਾਰੇ ਅਦਬ ਪੂਰਨ, ਮਰਯਾਦਾ ਪੂਰਨ ਕਰਮ ਕਰੋ। ਅਤੇ ਜਦੋਂ ਇੰਜ ਦੀ ਜੀਵਨ ਦੀ ਸਾਧਨਾ ਕਰੋਗੇ ਤਾਂ ਜੀਵਨ ਅੰਤਰੀਵੀ ਅਤੇ ਬਾਹਰੀ ਤੌਰ 'ਤੇ ਨਿਰਮਲ ਹੋ ਜਾਏਗਾ, ਅਤੇ ਜੀਂਦੇ ਦੀ ਇਸ ਜੀਵਨ ਵਿੱਚ ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਦੇ ਸਨਮੁਖ
ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਸਤਿਗੁਰੂ ਕਿਰਪਾ ਕਰਨ। ਸਾਰੇ ਇਸ ਸ਼ਲੋਕ ਦੇ ਅਨੁਭਵੀ ਅਵਸਥਾ ਨੂੰ ਪ੍ਰਾਪਤ ਹੋਣ ਦੀ ਸਾਰਿਆਂ ਨੂੰ ਗੁਰੂ ਰਹਿਮਤ ਜੀਵਨ ਦੇ ਵਿੱਚ ਮਾਨਣ ਨੂੰ ਮਿਲੇ। ਭੁੱਲਾਂ ਖਿਮਾ ਦੀ ਜਾਚਨਾ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ